ਵੈਲਕਮ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਪਸੰਦੀਦਾ ਚੈਨਲ ਪੋਜ਼ਿਟਿਵ ਵਾਈਬਸ ਦੇ ਉੱਪਰ। ਦੋਸਤੋ, ਤੁਹਾਨੂੰ ਪਤਾ ਹੈ ਕਿ ਆਪਾਂ ਇੱਕ ਪੋਲਿਟੀ ਦੀ ਜਿਹੜੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਇਸ ਚੈਨਲ ਦੇ ਉੱਪਰ। ਉਸੀ ਦੀ ਕੰਟੀਨਿਊਸ਼ਨ ਦੇ ਵਿੱਚ ਆਪਾਂ ਅਗਲੀ ਵੀਡੀਓ ਜਾਂ ਅਗਲਾ ਟੌਪਿਕ ਜਿਹੜਾ ਡਿਸਕਸ ਕਰਨ ਲੱਗੇ ਹਾਂ। ਜਿਹੜਾ ਅਗਲਾ ਟੌਪਿਕ ਮੈਂ ਚੂਜ਼ ਕੀਤਾ ਉਹ ਵੀ ਬੜਾ ਇੰਪੋਰਟੈਂਟ ਹੈ। ਬੇਸਿਕਲੀ ਸਾਰੀ ਪੋਲਿਟੀ ਹੀ ਇੰਪੋਰਟੈਂਟ ਹੈ, ਬਟ ਫਿਰ ਵੀ ਆਪਣੀ ਪ੍ਰੈਫਰੈਂਸ ਰਹੇਗੀ ਕਿ ਜਿਹੜੇ ਇੰਪੋਰਟੈਂਟ ਟੌਪਿਕ ਹੈ ਉਹਨਾਂ ਨੂੰ ਆਪਾਂ ਪ੍ਰਾਇੋਰਟੀ ਬੇਸਿਸ ਤੇ ਪਹਿਲੇ ਡਿਸਕਸ ਕਰ ਲਿਆ ਜਾਏ। ਠੀਕ ਹੈ, ਰਾਦਰ ਕਿ ਇੱਕ ਪਰਟੀਕੂਲਰ ਸੀਕੁਐਂਸ ਫੋਲੋ ਕਰਨ ਦੇ ਬਜਾਏ ਜਿਹੜੇ ਇੰਪੋਰਟੈਂਟ ਟੌਪਿਕ ਹੈ ਉਹਨਾਂ ਨੂੰ ਆਪਾਂ ਪਹਿਲੇ ਡਿਸਕਸ ਕਰ ਲਿਆ ਜਾਏ। ਔਰ ਜਿਹੜੇ ਅਗਰ ਕੋਈ ਟੌਪਿਕ ਸਕਿਪ ਵੀ ਹੁੰਦਾ ਹੈ ਤਾਂ ਉਹਨੂੰ ਇਨ ਦਾ ਫਾਰਮ ਆਫ MCQ ਆਪਾਂ ਲੇਟਰ ਔਨ ਇਨ ਦਾ ਮਿਡ ਜਿਹੜਾ ਸੈਸ਼ਨ ਉਹਦੇ 'ਚ ਕਰ ਲਾਂਗੇ, ਜਾਂ ਲਾਸਟ ਦੇ ਉੱਪਰ ਆਪਾਂ ਸਾਰੇ ਡਿਸਕਸ ਕਰ ਲਾਂਗੇ। ਸੋ ਲੈਟਸ ਸਟਾਰਟ ਵਿਦ ਨਿਊ ਟੌਪਿਕ, ਪ੍ਰੀਐਂਬਲ ਐਂਡ ਅਦਰ ਸੋਰਸਿਸ ਆਫ ਦਾ ਕੌਨਸਟੀਟਿਊਸ਼ਨ। ਹੁਣ ਸਭ ਤੋਂ ਪਹਿਲੇ ਗੱਲ ਕੀ ਹੈ ਕਿ ਪ੍ਰੀਐਂਬਲ ਹੈ ਕੀ ਹੈ। ਦੇਖੋ, ਪ੍ਰੀਐਂਬਲ ਦਾ ਜਸਟ ਹੈ ਕੀ ਹੈ, ਇਹ ਇੱਕ ਕੌਨਸਟੀਟਿਊਸ਼ਨ ਦੀ ਇੰਟਰੋਡਕਸ਼ਨ ਹੈ। ਕੌਨਸਟੀਟਿਊਸ਼ਨ ਦੀ ਕੀ ਹੈ, ਇਹ ਇੰਟਰੋਡਕਸ਼ਨ ਹੈ। ਹੁਣ ਜਦੋਂ ਵੀ ਦੇਖੋ, ਅਗਰ ਤੁਹਾਨੂੰ ਮੈਂ ਜਨਰਲ ਜਿਹਾ ਇਹਦਾ ਆਈਡੀਆ ਦੇਵਾਂ, ਕਦੀ ਆਪਾਂ ਕੋਈ ਬੁੱਕ ਪਰਚੇਜ਼ ਕਰਨ ਜਾਂਦੇ ਹਾਂ ਤਾਂ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਪੂਰੀ ਬੁੱਕ ਨੂੰ ਖੋਲ੍ਹ ਕੇ ਆਪਾਂ ਪੜ੍ਹੀਏ। ਠੀਕ ਹੈ, ਉਹਦੇ ਸਟਾਰਟਿੰਗ ਦਾ ਇੱਕ ਪ੍ਰੀਫੇਸ ਹੁੰਦਾ ਹੈ ਜਿਹਨੂੰ ਪੜ੍ਹ ਕੇ ਆਪਾਂ ਨੂੰ ਆਈਡੀਆ ਹੋ ਜਾਂਦਾ ਕਿ ਇਹਦੇ 'ਚ ਕਿਹੋ ਜਿਹਾ ਕੰਟੈਂਟ ਹੈ, ਕੀ ਇਹਦੇ 'ਚ ਗੱਲ ਹੋਏਗੀ, ਕਿਹੋ ਜਿਹੀ ਇਹਦੀ ਨੇਚਰ ਹੋਏਗੀ। ਸਿਮਿਲਰਲੀ ਜਿਹੜੀ ਕੌਨਸਟੀਟਿਊਸ਼ਨ ਵੀ ਆਪਣੇ ਕੋਲ ਇੱਕ ਬੁੱਕ ਹੈ। ਠੀਕ ਹੈ, ਉਹਦੀ ਜਿਹੜੀ ਇੰਟਰੋਡਕਸ਼ਨ ਹੈ, ਉਹਨੂੰ ਇੰਟਰੋਡਕਸ਼ਨ ਨੂੰ ਆਪਾਂ ਨਾਮ ਕੀ ਦਿੱਤਾ ਹੋਇਆ ਹੈਗਾ, ਇਸ ਚੀਜ਼ ਦਾ ਨਾਮ ਦਿੱਤਾ ਹੋਇਆ ਪ੍ਰੀਐਂਬਲ ਦਾ। ਵੈਰੀ ਸਿੰਪਲ ਡੈਫੀਨੇਸ਼ਨ ਇਹਦੀ, ਇਟ ਕੰਟੇਨਸ ਦਾ ਸਮਰੀ ਆਫ ਦਾ ਕੌਨਸਟੀਟਿਊਸ਼ਨ। ਸਿਰਫ ਸਮਰੀ ਇਹਦੇ ਵਿੱਚ ਡਿਟੇਲ ਹੈ ਕਿ ਜਿਹੜੀ ਬੁੱਕ ਦੇ ਵਿੱਚ ਕਿਹੋ ਜਿਹਾ ਕੰਟੈਂਟ ਹੋਏਗਾ, ਕੀ ਨੇਚਰ ਹੋਏਗੀ, ਕਿਹੋ ਜਿਹੀ ਆਪਣੀ ਅਪਰੋਚ ਹੋਏਗੀ, ਉਹ ਸਾਰਾ ਦਾ ਸਾਰਾ ਆਪਾਂ ਨੂੰ ਅਗਰ ਪ੍ਰੀਐਂਬਲ ਪੜ੍ਹ ਲਾਂਗੇ ਤਾਂ ਆਪਾਂ ਨੂੰ ਇੱਕ ਆਈਡੀਆ ਹੋ ਜਾਏਗਾ। ਹੁਣ ਦੂਸਰੀ ਗੱਲ ਕਿ ਸਾਨੂੰ ਇਹ ਚੀਜ਼ ਦਾ ਆਈਡੀਆ ਕਿੱਥੋਂ ਆਇਆ, ਪ੍ਰੀਐਂਬਲ ਦਾ ਆਈਡੀਆ ਸਾਨੂੰ ਕਿੱਥੋਂ ਮਿਲਿਆ, ਤਾਂ ਜਿਹੜਾ ਇਹ ਆਈਡੀਆ ਆਪਾਂ ਕਿੱਥੋਂ ਬੋਰੋ ਕੀਤਾ, USA ਦੇ ਕੌਨਸਟੀਟਿਊਸ਼ਨ ਤੋਂ। ਇਹ ਤੁਹਾਡਾ ਫਸਟ ਕੁਐਸਚਨ ਹੈ ਐਂਡ ਵੈਰੀ ਕਾਮਨ ਐਂਡ ਬਹੁਤ ਫਰੀਕੁਐਂਟਲੀ ਪੇਪਰਾਂ ਦੇ ਵਿੱਚ ਆਉਂਦਾ ਕਿ ਵੀ ਹੈਵ ਬੋਰੋਡ ਦਾ ਆਈਡੀਆ ਆਫ ਪ੍ਰੀਐਂਬਲ ਫਰੋਮ ਵਿਚ ਕੰਟਰੀ। ਤਾਂ ਉਹਦਾ ਆਨਸਰ ਕੀ ਹੋਏਗਾ, USA's ਕੌਨਸਟੀਟਿਊਸ਼ਨ। ਕਲੀਅਰ। ਨੈਕਸਟ, ਇਹ ਤੁਹਾਡਾ ਪ੍ਰੀਐਂਬਲ ਹੈ ਜਿਹਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਪ੍ਰੀਫੇਸ ਜਾਂ ਸਮਰੀ ਆਫ ਦਾ ਕੌਨਸਟੀਟਿਊਸ਼ਨ। ਅਗਰ ਆਪਾਂ ਜਦੋਂ ਆਪਾਂ ਇਹਨੂੰ ਡਿਸਕਸ ਕਰਾਂਗੇ ਤਾਂ ਤੁਹਾਨੂੰ ਆਈਡੀਆ ਹੋ ਜਾਏਗਾ ਹਾਊ ਇੰਪੋਰਟੈਂਟ ਇਟ ਇਜ਼। ਇਹਦਾ ਇਹ ਨਹੀਂ ਹੈ ਕਿ ਹਾਂ ਇੱਕ ਲਿਖ ਲਿਆ ਉਹਨੂੰ ਪੜ੍ਹ ਲਿਆ, ਨਹੀਂ, ਇਹਨੂੰ ਜਦੋਂ ਇੱਕ ਕੀਵਰਡ ਆਪਾਂ ਇਹਦੇ ਦੇਖਾਂਗੇ ਤਾਂ ਆਟੋਮੈਟਿਕਲੀ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਕਿੰਨਾ ਇੰਪੋਰਟੈਂਟ ਹੈ। ਹੁਣ ਦੇਖੋ, ਪ੍ਰੀਐਂਬਲ ਨੂੰ ਜਦ ਵੀ ਰੀਡ ਆਊਟ ਕਰਨਾ ਨਾ, ਇਹਨੂੰ ਰੀਡ ਕਿਵੇਂ ਕਰਨਾ ਹੈਗਾ, ਸੇਮ ਸੀਕੁਐਂਸ ਦੇ ਵਿੱਚ। ਜਿਸ ਤਰ੍ਹਾਂ ਇਹ ਲਿਖਿਆ ਹੋਇਆ ਹੈਗਾ, ਵੀ the people of India having solemnly resolved to constitute India into a sovereign, socialist, secular, democratic republic and to secure to all of its citizens। ਇਹਨੂੰ ਜਦ ਵੀ ਕਰਨਾ ਹੈ, ਰੀਡ ਆਊਟ ਕਰਨਾ, ਇਹਨੂੰ ਇਸੇ ਸੀਕੁਐਂਸ ਦੇ ਵਿੱਚ ਕਰਨਾ। ਈਵਨ ਮੈਂ ਤਾਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਇਹਦਾ ਪ੍ਰਿੰਟ ਆਊਟ ਲੈ ਕੇ ਐਜ਼ ਇਟ ਇਜ਼ ਵਾਲ ਦੇ ਉੱਪਰ ਆਪਣੇ ਰੂਮ ਦੇ ਵਿੱਚ ਪੇਸਟ ਕਰ ਲਓ। ਉਹਦਾ ਬੈਨੀਫਿਟ ਕੀ ਹੋਏਗਾ ਕਿ ਅਗਰ ਤੁਹਾਡੀਆਂ ਅੱਖਾਂ ਵੀ ਬੰਦ ਹੋਣਗੀਆਂ ਤਾਂ ਤੁਹਾਨੂੰ ਇਹ ਸੀਕੁਐਂਸ ਯਾਦ ਰਹੇਗੀ, ਕਿਉਂਕਿ ਇੱਕ ਦੋ ਕੁਐਸਚਨ ਤਾਂ ਇਹਦੀ ਸੀਕੁਐਂਸ ਦੇ ਉੱਪਰ ਹੀ ਬਣ ਜਾਂਦੇ ਆ। ਫੋਰ ਐਗਜ਼ਾਮਪਲ, ਕਈ ਵਾਰ ਆ ਜਾਂਦਾ ਕਿ ਪ੍ਰੀਐਂਬਲ ਜਿਹੜਾ ਸਟਾਰਟ ਕਿੱਥੋਂ ਹੁੰਦਾ ਹੈਗਾ, ਤਾਂ ਸਟਾਰਟ ਆਪਣੇ ਕੋਲ ਕਿੱਥੋਂ ਹੋਏਗਾ, ਇਸ ਲਾਈਨ ਤੋਂ, ਵੀ ਦਾ ਪੀਪਲ ਆਫ ਇੰਡੀਆ। ਪਹਿਲਾ ਕੁਐਸਚਨ ਇਹੀ ਬਣ ਜਾਂਦਾ ਹੈ ਪ੍ਰੀਐਂਬਲ ਤੇ ਬੇਸਡ। ਠੀਕ ਹੈ, ਦੂਸਰਾ ਆਪਣੇ ਕੋਲੇ ਕੀ ਹੈ ਕਿ ਜਦ ਇਹਨੂੰ ਰੀਡ ਆਊਟ ਕਰਨਾ, ਜਿਹੜੇ ਇਹ ਵਰਡਸ ਆ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ ਐਂਡ ਰਿਪਬਲਿਕ, ਇਹਨਾਂ ਦੀ ਦੋਸਤੋ ਜਿਹੜੀ ਸੀਕੁਐਂਸ ਆ ਉਹ ਤੁਸੀਂ ਸੇਮ ਹੀ ਮੇਨਟੇਨ ਕਰਨੀ ਹੈ। ਇਹ ਨਹੀਂ ਹੈ ਕਿ ਪਹਿਲੇ ਸੋਵਰਨ ਪੜ੍ਹ ਲਿਆ, ਫਿਰ ਰਿਪਬਲਿਕ, ਫਿਰ ਸੈਕੂਲਰ, ਸੋਸ਼ਲਿਸਟ ਐਂਡ ਡੈਮੋਕ੍ਰੈਟਿਕ। ਨੋ, ਇਹ ਰੋਂਗ ਹੋਏਗਾ। ਜਦ ਵੀ ਇਹਨੂੰ ਰੀਡ ਆਊਟ ਕਰਨਾ ਹੈ ਜਾਂ ਪੇਪਰ ਦੇ ਵਿੱਚ ਤੁਹਾਨੂੰ ਹੋਏਗਾ ਕਿ ਕਰੈਕਟ ਸੀਕੁਐਂਸ ਕੀ ਹੋਏਗੀ, ਤਾਂ ਇਹ ਚੀਜ਼ ਯਾਦ ਰੱਖ ਲੈਣੀ ਕਿ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ ਐਂਡ ਰਿਪਬਲਿਕ। ਠੀਕ ਹੈ, ਇਹ ਆਪਾਂ MCQ ਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਅੱਧਾ ਇਹੋ ਜਿਹਾ ਕੁਐਸਚਨ ਪਾਊਂਗਾ ਤਾਂ ਕਿ ਤੁਹਾਨੂੰ ਇਹ ਚੀਜ਼ ਦਾ ਆਈਡੀਆ ਹੋ ਜੇ ਔਰ ਤੁਹਾਡਾ ਜਿਹੜਾ ਟੌਪਿਕ ਆ ਉਹ ਰਿਵਾਈਜ਼ ਹੋ ਜੇ। ਹੁਣ ਆਪਾਂ 1 ਬਾਏ 1 ਦੇਖੋ, ਨੈਕਸਟ ਵਾਲੀਆਂ ਸਲਾਈਡਸ ਦੇ ਵਿੱਚ ਕੀ ਹੈ ਕਿ 1 ਬਾਏ 1 ਆਪਾਂ ਸਾਰੇ ਕੀਵਰਡਸ ਆਪਾਂ ਡਿਸਕਸ ਕੀਤੇ ਹੋਏ ਆ, ਪਰ ਆਪਾਂ ਇੱਥੇ ਸਲਾਈਡਸ ਨੂੰ ਨਹੀਂ ਕਰਨਾ। ਇੱਥੇ ਆਪਾਂ ਸਿਰਫ ਇਹੀ ਜਿਹੜੀ ਤੁਹਾਡੇ ਪਿਕਚਰ ਮੈਂ ਡਾਊਨਲੋਡ ਕਰਕੇ ਲਗਾਈ ਹੋਈ ਹੈ ਐਜ਼ ਇਟ ਇਜ਼, ਆਪਾਂ ਇਹਦੇ ਤੋਂ ਹੀ ਐਕਸਪਲੇਨ ਕਰੀ ਜਾਣਾ। ਉਹ ਸਿਰਫ ਤੁਹਾਡੀ ਹੈਲਪ ਦੇ ਲਈ ਹੈ ਜਿਹੜੀ ਰਿਮੇਨਿੰਗ ਸਲਾਈਡਸ ਨੇ। ਹੁਣ ਪਹਿਲਾ ਵਰਡ ਆਪਣੇ ਕੋਲ ਸੋਵਰਨ ਆ ਗਿਆ। ਹੁਣ ਜਿਹੜਾ ਸੋਵਰਨ ਵਰਡ ਆ,
ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਸਿੰਪਲ ਜਿਹਾ ਮਤਲਬ ਇਹਦਾ ਹੈਗਾ ਕਿ ਨਾਓ ਇੰਡੀਆ ਇਜ਼ ਫ੍ਰੀ ਟੂ ਕੰਡਕਟ ਇਟਸ ਓਨ ਅਫੇਅਰਸ ਬੋਥ ਇੰਟਰਨਲ ਐਂਡ ਐਕਸਟਰਨਲ। ਹੁਣ ਇਸ ਲਾਈਨ ਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੈ ਕਿ ਇੰਡੀਆ ਨੇ ਚਾਹੇ ਕੋਈ ਇੰਟਰਨਲੀ ਡਿਸੀਜਨ ਲੈਣਾ, ਚਾਹੇ ਕੋਈ ਐਕਸਟਰਨਲੀ ਡਿਸੀਜਨ ਲੈਣਾ, ਇਹਨਾਂ ਦਾ ਕੋਈ ਉੱਪਰ ਬੌਸ ਨਹੀਂ ਹੈ, ਨਾ ਹੀ ਇਹਨਾਂ ਦੀ ਕੋਈ ਹੋਰ ਜਿਹੜੀ ਸੁਪਰ ਆਰਡੀਨੇਟ ਕੋਈ ਕੰਟਰੀ ਹੈ ਕਿ ਜਿਹਤੋਂ ਇਹਨਾਂ ਨੇ ਪਹਿਲੇ ਪਰਮਿਸ਼ਨ ਲੈਣੀ ਉਸ ਤੋਂ ਬਾਅਦ ਡਿਸੀਜਨ ਲੈਣਾ। ਜੋ ਵੀ ਇੰਟਰਨਲ ਡਿਸੀਜਨ ਲੈਣਾ, ਚਾਹੇ ਕੋਈ ਐਕਸਟਰਨਲ ਡਿਸੀਜਨ ਲੈਣਾ, ਉਹ ਕੌਣ ਲਏਗਾ? ਡਿਸੀਜਨ ਕੌਣ ਲਏਗਾ? ਉਹ ਸਿਰਫ ਇੰਡੀਆ ਖੁਦ ਲਏਗਾ, ਉਹਦੇ ਲਈ ਕਿਸੇ ਹੋਰ ਕੰਟਰੀ ਦੀ ਇਨਵੋਲਵਮੈਂਟ ਨਹੀਂ ਰਹੇਗੀ। ਕਲੀਅਰ? ਦੂਸਰੀ ਗੱਲ ਇਹਦੇ ਨਾਲ ਹੋਰ ਕੀ ਹੈ, ਹੋਰ ਇਹਨੂੰ ਮੈਂ ਥੋੜ੍ਹਾ ਜਿਹਾ ਹੋਰ ਐਲੈਬੋਰੇਟ ਕਰਾਂ, ਐਕਸਪਲੇਨ ਕਰਾਂ ਤਾਂ ਕੀ ਹੈ, ਫੋਰ ਐਗਜ਼ਾਮਪਲ ਕਿ ਕੱਲ੍ਹ ਨੂੰ ਕੋਈ ਹੋਰ ਕੰਟਰੀ ਦੀ ਆਪਾਂ ਟੈਰੀਟਰੀ ਹੈ ਉਹਨੂੰ ਆਪਾਂ ਐਕਵਾਇਰ ਕਰ ਲਿਆ, ਆਪਣੇ ਨਾਲ ਜੋੜ ਲਿਆ, ਤਾਂ ਉਹਦੇ ਲਈ ਵੀ ਕੀ ਹੈ, ਕਿਸੇ ਦੀ ਪਰਮਿਸ਼ਨ ਚਾਹੀਦੀ ਹੈ? ਨਹੀਂ, ਨੋ, ਕਿਸੇ ਦੀ ਪਰਮਿਸ਼ਨ ਨਹੀਂ ਚਾਹੀਦੀ। ਸਿਮਿਲਰਲੀ ਆਪਣੇ ਕੋਲੇ ਜਿਹੜਾ ਇੰਡੀਆ ਦਾ ਪਾਰਟ ਹੈ ਉਹ ਕੁਛ ਆਪਾਂ ਕਿਸੇ ਨੂੰ ਹੋਰ ਦੇ ਦਾਂਗੇ, ਕਿਸੇ ਦੂਸਰੀ ਕੰਟਰੀ ਨੂੰ ਦੇ ਦਾਂਗੇ, ਕੀ ਉਹਨੂੰ ਪਾਰਟ ਦੇਣ ਲਈ ਕਿਸੇ ਦੀ ਪਰਮਿਸ਼ਨ ਚਾਹੀਦੀ ਹੈ? ਨਹੀਂ, ਵੀ ਆਰ ਸੋਵਰਨ, ਅਸੀਂ ਆਜ਼ਾਦ ਹਾਂ, ਆਪਣੇ ਆਪ ਅਸੀਂ ਡਿਸੀਜਨ ਲੈ ਸਕਦੇ ਹਾਂ। ਕਿਹੋ ਜਿਹੇ ਡਿਸੀਜਨ? ਇੰਟਰਨਲ ਐਂਡ ਐਕਸਟਰਨਲ। ਕਲੀਅਰ? ਹੁਣ ਸੋਵਰਨ ਦਾ ਮੀਨਿੰਗ ਕੀ ਹੋ ਗਿਆ ਹੈ ਕਿ ਨਾਓ ਇੰਡੀਆ ਇਜ਼ ਨਾਟ ਅ ਪਾਰਟ ਆਫ ਐਨੀ ਅਦਰ ਨੇਸ਼ਨ, ਇਹ ਬਿਲਕੁਲ ਇੰਡੀਪੈਂਡੈਂਟ ਹੈ, ਕਿਸੇ ਹੋਰ ਨੇਸ਼ਨ ਦਾ ਪਾਰਟ ਨਹੀਂ ਹੈ। ਫਸਟ ਕੀਵਰਡ ਇਹ ਤੁਹਾਡਾ ਸੋਵਰਨ ਸੀਗਾ, ਇਹ ਕਲੀਅਰ ਹੋ ਗਿਆ। ਹੁਣ ਸੈਕਿੰਡ, ਅਗਰ ਇਹਦੀ ਨੈਕਸਟ ਸਲਾਈਡ ਤੁਸੀਂ ਦੇਖੋਗੇ ਆਪਣੇ ਆਪ ਬਾਅਦ ਵਿੱਚ, ਤਾਂ ਨੈਕਸਟ ਸਲਾਈਡ ਦੇ ਵਿੱਚ ਜਿਹੜਾ ਸੈਕਿੰਡ ਕੀਵਰਡ ਕੀ ਹੋਏਗਾ? ਉਹ ਹੋਏਗਾ ਸੋਸ਼ਲਿਸਟ। ਹੁਣ ਸੋਸ਼ਲਿਸਟ ਦਾ ਮਤਲਬ ਕੀ ਹੈ ਕਿ ਜਿਹੜਾ ਕੌਨਸਟੀਟਿਊਸ਼ਨ ਹੈ ਨਾ ਉਹ ਸੋਸ਼ਲ ਵੀ ਹੈ, ਇਹ ਨਹੀਂ ਹੈ ਕਿ ਉਹਦੇ ਵਿੱਚ ਕਿਸੇ ਨੂੰ ਖਾਸ ਪ੍ਰਿਵਿਲੇਜ ਦਿੱਤੀ ਹੋਈ ਹੈ, ਨਹੀਂ, ਉਹ ਸੋਸ਼ਲ ਹੈ, ਸਾਰਿਆਂ ਦੇ ਲਈ ਕਾਮਨ ਹੀ ਬਣਿਆ ਹੋਇਆ, ਅਮੀਰ ਲਈ, ਗਰੀਬ ਲਈ, ਗੋਰੇ ਲਈ, ਕਾਲੇ ਲਈ, ਸਾਰਿਆਂ ਦੇ ਲਈ ਇੱਕੋ ਹੀ ਹੈ ਜਿਹੜਾ ਬਣਿਆ ਹੋਇਆ। ਇਹਦਾ ਮਤਲਬ ਜਿਹੜੀ ਆਪਣੀ ਅਪਰੋਚ ਆ ਉਹ ਹੈ ਸੋਸ਼ਲਿਸਟ। ਦੇਖੋ ਜਦੋਂ ਜਦੋਂ ਆਪਣਾ ਪ੍ਰਿੰਬਲ ਇਹ ਲਿਖਿਆ ਗਿਆ ਨਾ, ਉਸ ਟਾਈਮ ਇਹ ਵਰਡ ਨਹੀਂ ਸੀਗਾ, ਤਾਂ ਇਹ ਵਰਡ ਆਪਣੇ ਕੋਲ ਐਡ ਕਦੋਂ ਹੋਇਆ ਹੈਗਾ? ਇਹ ਆਪਣੇ ਕੋਲ ਇੱਕ 42nd ਅਮੈਂਡਮੈਂਟ ਹੋਈ ਸੀਗੀ, ਕਦੋਂ? 1976 ਦੇ ਵਿੱਚ। 42nd ਅਮੈਂਡ ਦੇ ਵਿੱਚ 42nd ਅਮੈਂਡਮੈਂਟ ਦੇ ਵਿੱਚ ਜਿਹੜਾ ਸੀਗਾ 1976 ਦੇ ਵਿੱਚ ਹੋਈ ਹੈ, ਉਹਦੇ 'ਚ ਆਪਾਂ 3 ਵਰਡਸ ਐਡ ਕੀਤੇ ਸੀਗੇ, ਇੱਕ ਸੋਸ਼ਲਿਸਟ, ਦੂਸਰਾ ਸੈਕੂਲਰ, ਔਰ ਥਰਡ ਵਨ ਜਿਹੜਾ ਸੀਗਾ ਉਹ ਆਪਾਂ ਕੀ ਕੀਤਾ ਸੀਗਾ? ਇੰਟੀਗ੍ਰਿਟੀ। ਠੀਕ ਹੈ, ਇਹ ਤਿੰਨੋਂ ਵਰਡ ਜਿਹੜੇ ਐਡ ਹੋਏ ਆ, ਇਹ ਕਦੋਂ ਹੋਏ ਆ? ਆਪਣੀ 42ਵੀਂ ਜਿਹੜੀ ਅਮੈਂਡਮੈਂਟ ਹੋਈ ਆ 1976 ਦੇ ਵਿੱਚ। ਹੁਣ ਇਹ ਵੀ ਤੁਹਾਡਾ ਇੱਕ ਕੁਐਸਚਨ ਬਣ ਗਿਆ ਕਿ ਜਿਹੜੇ 3 ਵਰਡ, ਪਹਿਲਾਂ ਤਾਂ ਇਹ ਪੁੱਛੇਗਾ ਕਿ 3 ਵਰਡ ਕਿਹੜੇ ਕਿਹੜੇ ਜਿਹੜੇ 42ਵੀਂ ਅਮੈਂਡਮੈਂਟ ਦੇ ਵਿੱਚ ਐਡ ਹੋਏ ਆ, ਉਹ ਕਿਹੜੇ ਕਿਹੜੇ ਹੋਏ ਆ? ਸੋਸ਼ਲਿਸਟ, ਸੈਕੂਲਰ ਐਂਡ ਇੰਟੀਗ੍ਰਿਟੀ। SSI ਅਗਰ ਇਹਨੂੰ ਆਪਾਂ ਬੋਲ ਲਈਏ, SSI ਹੈ ਨਾ। ਦੂਸਰਾ ਕੀ ਹੈ ਕਿ ਜੇ ਕਈ ਵਾਰ ਇਹ ਵੀ ਆਉਂਦਾ ਕਿ 42ਵੀਂ ਅਮੈਂਡਮੈਂਟ ਕਦੋਂ ਹੋਈ ਹੈ? ਉਹ ਹੋਈ ਹੈ 1976। ਇਹ ਬੇਸਿਕਲੀ ਭੁਲੇਖਾ ਆਪਾਂ ਨੂੰ ਕੀ ਪੈਂਦਾ ਹੁੰਦਾ ਹੈ, 44ਵੀਂ ਔਰ 42ਵੀਂ ਦੇ ਵਿੱਚ ਪੈਂਦਾ। ਜਿਹੜੀ 44ਵੀਂ ਹੋਈ ਹੈ ਉਹ ਹੋਈ ਹੈ 1978 ਦੇ ਵਿੱਚ, 42ਵੀਂ ਹੋਈ ਹੈ 1976 ਦੇ ਵਿੱਚ। ਅਗਰ ਇਹ 'ਚ ਥੋੜ੍ਹਾ ਜਿਹਾ ਡਾਊਟ ਹੈ ਤਾਂ ਇੱਕ ਇਹਨੂੰ ਯਾਦ ਕਿਵੇਂ ਕਰ ਲੈਣਾ ਕਿ 4+2 ਆਪਣੇ ਕੋਲ ਕੀ ਹੋ ਗਿਆ? 6 ਐਂਡ 4+4 ਕੀ ਹੋ ਗਿਆ? 8 ਹੋ ਗਿਆ ਹੈ। ਜ਼ਰੂਰੀ ਨਹੀਂ ਹੈ ਡਾਇਰੈਕਟ ਯਾਦ ਹੁੰਦਾ ਤਾਂ ਤੁਸੀਂ ਡਾਇਰੈਕਟ ਵੀ ਯਾਦ ਕਰ ਸਕਦੇ ਹੋ, ਬਟ ਇਨ ਕੇਸ ਕਈ ਵਾਰ ਇਹੋ ਜਿਹਾ ਹੁੰਦੀ ਹੈ, ਸਿਚੁਏਸ਼ਨ ਇਹੋ ਜਿਹੀ ਆ ਜਾਂਦੀ, ਐਗਜ਼ਾਮ ਪ੍ਰੈਸ਼ਰ ਲਾ ਲਓ, ਟਾਈਮ ਦਾ ਪ੍ਰੈਸ਼ਰ ਲਾ ਲਓ, ਕਿ ਕਨਫਿਊਜ਼ਨ ਹੋ ਜਾਂਦੀ ਹੈ, ਤਾਂ ਉਹਦੇ 'ਚ ਸਿੰਪਲ ਜੀ ਕੰਸੈਪਟ ਇਹੀ ਹੋ ਜਾਂਦਾ ਹੈ ਕਿ 42 4+2 ਨੂੰ ਜਿਹੜੀ ਹੈਗੀ 42 ਜਿਹੜੀ ਅਮੈਂਡਮੈਂਟ ਹੈਗੀ ਉਹ 76 ਦੇ ਵਿੱਚ ਹੋਈ ਹੈ, ਐਂਡ ਜਿਹੜੀ 44th ਅਮੈਂਡਮੈਂਟ ਹੋਈ ਹੈ ਉਹ 78 ਦੇ ਵਿੱਚ ਹੋਈ ਹੈ। ਹੁਣ ਸੋਸ਼ਲਿਸਟ ਦਾ ਸਿੰਪਲ ਜਿਹਾ ਇਹੀ ਮੀਨਿੰਗ ਸੀਗਾ ਆਪਣੇ ਕੋਲੇ ਵੀ ਜਿਹੜਾ ਅਸੀਂ ਨਾ ਜਿਹੜੇ ਇਹਦੇ 'ਚ ਹੈਗੇ ਆ ਕਿ ਸਾਡਾ ਜਿਹੜਾ ਅਪਰੋਚ ਹੋਏਗੀ ਉਹ ਸੋਸ਼ਲ ਹੋਏਗੀ। ਹੁਣ ਇਹਨੂੰ ਦੇਖੋ, ਇਹ ਤਾਂ ਅਮੈਂਡਮੈਂਟ ਜਿਹੜੀ ਆਪਾਂ ਕੀਤੀ ਹੈ 42ਵੀਂ ਹੋਈ ਕੀਤੀ ਹੈ 1976 ਦੇ ਵਿੱਚ, ਪਰ ਜਿਹੜਾ ਕੌਨਸਟੀਟਿਊਸ਼ਨ ਉਹ ਆਪਾਂ ਅਡੋਪਟ ਕਦੋਂ ਕੀਤਾ? 26 ਨਵੰਬਰ 1949 ਨੂੰ। ਇਹਦਾ ਮਤਲਬ ਫਿਰ ਉਸ ਟਾਈਮ ਇਹ ਕਿਵੇਂ ਸੋਸ਼ਲਿਸਟ ਹੋ ਗਿਆ? ਤਾਂ ਬੱਚਿਓ ਜਿਹੜਾ ਆਪਣੇ ਕੋਲ ਨਾ ਇੱਕ ਫੰਡਾਮੈਂਟਲ ਰਾਈਟਸ ਲਾ ਲਓ, ਜਾਂ ਆਪਣੇ ਕੋਲ ਕੀ ਹੈ ਇੱਕ ਆਪਾਂ ਟੌਪਿਕ ਪੜ੍ਹਾਂਗੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਜਿਹੜੀ ਇਹ ਕਿਉਂ ਦਿੱਤੇ, ਕਿਉਂ ਆਏ ਸੀਗੇ ਆਪਣੇ ਕੋਲੇ? ਇਹਨਾਂ ਦਾ ਜਿਹੜਾ ਮੇਨ ਅਪਰੋਚ, ਮੇਨ ਮਕਸਦ, ਇਹਨਾਂ ਦਾ ਮੇਨ ਮੋਟਿਵ ਕੀ ਸੀਗਾ? ਸੋਸ਼ਲਿਸਟ ਵਾਲਾ ਜਿਹੜਾ ਕੰਸੈਪਟ ਆ ਉਸ ਚੀਜ਼ ਨੂੰ ਇੰਪਲੀਮੈਂਟ ਕਰਨਾ। ਕਲੀਅਰ? ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਕੀ ਆ ਗਿਆ? ਸੈਕੂਲਰ। ਥਰਡ ਕੀਵਰਡ ਸੈਕੂਲਰ। ਹੁਣ ਸੈਕੂਲਰ ਦਾ ਦੇਖੋ, ਸੈਕੂਲਰ ਦਾ ਮੀਨਿੰਗ ਕੀ ਹੈ? ਪਹਿਲੀ ਗੱਲ ਤਾਂ ਕਿ ਸੈਕੂਲਰ ਜਿਹੜਾ ਵਰਡ ਸੀਗਾ ਉਹ ਇਨੀਸ਼ੀਅਲੀ ਆਪਣੇ ਕੋਲ ਨਹੀਂ ਸੀਗਾ, ਇਹਨੂੰ ਵੀ ਆਪਾਂ ਕਦੋਂ ਐਡ ਕੀਤਾ ਗਿਆ? 42ਵੀਂ ਅਮੈਂਡਮੈਂਟ ਦੇ ਵਿੱਚ। ਕਦੋਂ?
76। ਵਾਰ-ਵਾਰ ਮੈਂ ਕਿਉਂ ਬੋਲ ਰਿਹਾ ਹਾਂ, ਵਾਰ-ਵਾਰ ਕਿਉਂ ਲਿਖ ਰਿਹਾ? ਇੱਕ ਤਾਂ ਇਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ, ਦੂਜਾ ਇਹ ਹੈ ਕਿ ਹੋ ਸਕਦਾ ਮੇਰੇ ਵਾਰ-ਵਾਰ ਬੋਲਣ ਦੇ ਨਾਲ ਇਹ ਚੀਜ਼ ਤੁਹਾਨੂੰ ਯਾਦ ਰਹਿ ਜੇ, ਹੈ ਨਾ। ਬਹੁਤੇ ਸਟੂਡੈਂਟਸ ਨੂੰ ਪਹਿਲੇ ਪਤਾ ਵੀ ਹੋਏਗਾ, ਬਟ ਇਹ ਕਿ ਜਦੋਂ ਟਾਈਮ ਔਰ ਐਗਜ਼ਾਮ ਦਾ ਪ੍ਰੈਸ਼ਰ ਹੁੰਦਾ ਹੈ ਤਾਂ ਉਦੋਂ ਯੂਜ਼ਲੀ ਆਪਾਂ ਤੋਂ ਗਲਤੀ ਹੋ ਜਾਂਦੀ ਹੈ। ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿ ਜਦ ਵੀ ਕੋਈ ਪੇਪਰ ਕਰੈਕ ਕਰਦੇ ਆ ਨਾ ਆਪਾਂ, ਜਿਹੜਾ ਡਿਫੀਕਲਟ ਹੁੰਦਾ ਉਹ ਡਿਫੀਕਲਟ ਸਾਰਿਆਂ ਦੇ ਲਈ ਡਿਫੀਕਲਟ ਹੁੰਦਾ ਹੈ, ਪਰ ਆਪਣਾ ਨੁਕਸਾਨ ਕਦੋਂ ਹੁੰਦਾ ਹੈ ਕਿ ਜਦੋਂ ਈਜ਼ੀ ਵਾਲੇ ਜਿਹੜੇ ਕੁਐਸਚਨ ਆ ਉਹ ਆਪਾਂ ਗਲਤ ਕਰ ਦਿੰਦੇ ਹਾਂ। ਠੀਕ ਹੈ, ਤਾਂ ਆਪਣੀ ਅਪਰੋਚ ਇਹੀ ਹੈ, ਜੋ ਆਪਾਂ ਪੜ੍ਹਿਆ ਐਟਲੀਸਟ ਉਹ ਆਪਣੇ ਕੋਲ ਗਲਤ ਨਾ ਹੋਵੇ। ਚਲੋ ਇਹ ਡਿਸਕਸ਼ਨ ਆਪਾਂ ਬਹੁਤ ਟਾਈਮ ਮਿਲਣਾ ਬਾਅਦ 'ਚ ਆਪਾਂ ਫਿਰ ਕਰਦੇ ਰਹਾਂਗੇ ਕਦੀ। ਹੁਣ ਸੈਕੂਲਰ ਅਪਰੋਚ ਦੇ ਵਿੱਚ ਕੀ ਹੈ ਕਿ ਜਿਹੜਾ ਇੰਡੀਆ ਹੈ ਇਹ ਇੱਕ ਧਰਮ ਨਿਰਪੱਖ ਦੇਸ਼ ਹੈ। ਇਹਨਾਂ ਦਾ ਕੋਈ ਆਪਣਾ ਜਿਹੜਾ ਹੈਗਾ ਕਿ ਧਰਮ ਨਹੀਂ ਹੈ, ਹੈ ਨਾ। ਹੁਣ ਇਹ ਵੀ ਦੇਖੋ 42ਵੀਂ ਜਿਹੜੀ ਅਮੈਂਡਮੈਂਟ ਹੈ ਉਹਦੇ ਵਿੱਚ ਆਪਾਂ ਇਹ ਚੀਜ਼ ਜਿਹੜੀ ਇਹ 'ਚ ਐਡ ਆਨ ਕੀਤੀ ਹੈ ਜਾਂ ਇੰਟਰੋਡਿਊਸ ਕੀਤੀ ਹੈ। ਬਟ ਹੁਣ ਅਗੇਨ ਸੇਮ ਕੁਐਸਚਨ ਹੀ ਹੈ ਕਿ ਜਿਹੜਾ ਕੌਨਸਟੀਟਿਊਸ਼ਨ ਦਾ ਅਡੋਪਟ ਕੀਤਾ 1949 ਦੇ ਵਿੱਚ, ਫਿਰ ਉਦੋਂ ਸੈਕੂਲਰ ਕਿਵੇਂ ਹੋ ਗਿਆ? ਹੁਣ ਜੇ ਦੇਖਿਆ ਜਦੋਂ ਆਪਾਂ ਫੰਡਾਮੈਂਟਲ ਰਾਈਟਸ ਪੜ੍ਹਾਂਗੇ ਨਾ, ਇਹਦੇ ਵਿੱਚ ਫੰਡਾਮੈਂਟਲ ਰਾਈਟਸ ਦੇ ਵਿੱਚ ਇੱਕ ਆਰਟੀਕਲ ਆਏਗਾ, ਆਰਟੀਕਲ 25 ਤੋਂ ਲੈ ਕੇ 28। ਉਹਦੇ ਵਿੱਚ ਕੀ ਹੋਏਗਾ 25 ਤੋਂ ਲੈ ਕੇ 28 ਦੇ ਵਿੱਚ ਤੁਹਾਡੇ ਕੋਲੇ ਕੀ ਹੋਏਗਾ, ਉਹਦਾ ਆਰਟੀਕਲ ਦਾ ਨਾਮ ਕੀ ਹੈ? ਫਰੀडम ਆਫ ਰਿਲੀਜਨ। ਇਹਦਾ ਮਤਲਬ ਕਿ ਤੁਹਾਡਾ ਆਪਣਾ ਡਿਸੀਜਨ ਹੋਏਗਾ ਕਿ ਕਿਸ ਰਿਲੀਜਨ ਨੂੰ ਤੁਸੀਂ ਚੂਜ਼ ਕਰਨਾ। ਠੀਕ ਹੈ, ਇਹਦਾ ਮੇਨ ਮਤਲਬ ਇਹੀ ਹੈ। ਅੱਛਾ, ਇਹ ਅਲੱਗ ਤੋਂ ਵੀ ਕੁਐਸਚਨ ਆ ਜਾਂਦਾ ਕਿ ਸੈਕੂਲਰ ਦਾ ਮੀਨਿੰਗ ਕੀ ਹੈ? ਸੈਕੂਲਰ ਦਾ ਮੀਨਿੰਗ ਕੀ ਹੈ ਕਿ ਜਿਹੜਾ ਨੇਸ਼ਨ ਹੈ, ਨੇਸ਼ਨ ਹੈਜ਼ ਨੋ ਇਟਸ ਓਨ ਰਿਲੀਜਨ, ਮਤਲਬ ਨੇਸ਼ਨ ਡਜ਼ ਨਾਟ ਹੈਵ ਇਟਸ ਓਨ ਰਿਲੀਜਨ। ਠੀਕ ਹੈ, ਸੈਕੂਲਰ ਦਾ ਮਤਲਬ ਇਹ ਹੈ ਕਿ ਜਿਹੜਾ ਇੰਡੀਆ ਹੈਗਾ, ਇੰਡੀਆ ਦਾ ਕੋਈ ਆਪਣਾ ਧਰਮ ਨਹੀਂ ਹੈ, ਇਹ ਲੋਕਾਂ ਦੀ ਆਪਣਾ ਡਿਸੀਜਨ ਹੈ, ਆਪਣੀ ਮਰਜ਼ੀ ਹੈ ਕਿ ਕਿਹੜਾ ਰਿਲੀਜਨ ਉਹਨਾਂ ਨੇ ਅਡੋਪਟ ਕਰਨਾ ਹੈ। ਨੈਕਸਟ ਜਿਹੜਾ ਆਪਣੇ ਕੋਲੇ ਆ ਗਿਆ, ਨੈਕਸਟ ਕੀਵਰਡ ਆ ਗਿਆ ਡੈਮੋਕ੍ਰੈਟਿਕ। ਹੁਣ ਡੈਮੋਕ੍ਰੈਟਿਕ ਨੂੰ ਜੇ ਆਪਾਂ ਪੰਜਾਬੀ ਦੇ ਵਿੱਚ ਬੋਲੀਏ ਕਿ ਲੋਕਤੰਤਰ, ਲੋਕਤੰਤਰ ਦਾ ਮਤਲਬ ਕੀ ਹੈ ਕਿ ਸਾਰੀ ਦੀ ਸਾਰੀ ਜਿਹੜੀ ਪਾਵਰ ਹੈ ਉਹ ਲੋਕਾਂ ਦੇ ਕੋਲ ਹੀ ਹੈ। ਹੁਣ ਜਿਹੜੀ ਡੈਮੋਕ੍ਰੇਸੀ ਹੈ ਨਾ, ਡੈਮੋਕ੍ਰੇਸੀ ਵੀ ਦੋ ਤਰ੍ਹਾਂ ਦੀ ਹੋ ਸਕਦੀ ਹੈ। ਕਲੀਅਰ? ਇੱਕ ਤਾਂ ਹੁਣ ਇੱਕ ਮਿੰਟ ਪਹਿਲਾਂ ਤੁਹਾਨੂੰ ਇਹ ਮੈਂ ਕਲੀਅਰ ਕਰ ਲਵਾਂ ਪੁਰਾਣੇ। ਡੈਮੋਕ੍ਰੇਸੀ ਵੀ ਜਿਹੜੀ ਹੈ ਇਹ ਦੋ ਤਰ੍ਹਾਂ ਦੀ ਹੋ ਸਕਦੀ ਹੈ ਤੁਹਾਡੇ ਕੋਲੇ। ਕਿਹੜੀ ਕਿਹੜੀ? ਇੱਕ ਤਾਂ ਹੋਏਗੀ ਡਾਇਰੈਕਟ, ਔਰ ਦੂਸਰੀ ਕੀ ਹੋਏਗੀ? ਇਨਡਾਇਰੈਕਟ। ਡਾਇਰੈਕਟ ਔਰ ਇਨਡਾਇਰੈਕਟ ਦਾ ਮਤਲਬ ਕੀ ਹੈ ਕਿ ਡਾਇਰੈਕਟ ਡੈਮੋਕ੍ਰੇਸੀ ਦੇ ਵਿੱਚ ਕੀ ਹੋਏਗਾ, ਪੀਪਲ ਜਿਹੜੇ ਹੋਣਗੇ ਉਹ ਡਾਇਰੈਕਟਲੀ ਇਨਵੋਲਵਡ ਹੋਣਗੇ ਇਨ ਲਾਅ ਮੇਕਿੰਗ। ਬਟ ਇਨਡਾਇਰੈਕਟ ਦੇ ਵਿੱਚ ਕੀ ਹੋਏਗਾ ਕਿ ਜਿਹੜੇ ਪੀਪਲ ਹੈ ਉਹ ਕਿਹਨੂੰ ਚੂਜ਼ ਕਰਨਗੇ? ਉਹ ਆਪਣੇ ਇੱਕ ਰਿਪਰੈਜ਼ੈਂਟੇਟਿਵ ਭੇਜਣਗੇ ਪਾਰਲੀਮੈਂਟ ਦੇ ਵਿੱਚ, ਔਰ ਰਿਪਰੈਜ਼ੈਂਟੇਟਿਵ ਜਿਹੜਾ ਹੋਏਗਾ ਉਹ ਲੋਕਾਂ ਦੇ ਬਿਹਾਫ ਤੇ ਡਿਸੀਜਨ ਉੱਤੇ ਲਏਗਾ। ਠੀਕ ਹੈ, ਉਹਨੂੰ ਆਪਾਂ ਕੀ ਬੋਲ ਦਾਂਗੇ? ਇਨਡਾਇਰੈਕਟ। ਹੁਣ ਡਾਇਰੈਕਟ ਜੇ ਆਪਾਂ ਪੁੱਛਿਆ ਹੋਵੇ ਤਾਂ ਜਿਹੜੀ ਡਾਇਰੈਕਟ ਡੈਮੋਕ੍ਰੇਸੀ ਹੈ ਉਹ ਕਿੱਥੇ ਹੈ, ਤਾਂ ਉਹ ਸਵਿਟਜ਼ਰਲੈਂਡ ਦੇ ਵਿੱਚ ਹੈ। ਸਵਿਟਜ਼ਰਲੈਂਡ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਉੱਥੇ ਮਿਊਨਿਸਪੈਲਿਟੀਜ਼ ਹੈ, ਸਵਿਟਜ਼ਰਲੈਂਡ ਦੇ ਵਿੱਚ ਕੀ ਹੈ ਜਿਹੜੇ ਮਿਊਨਿਸਪੈਲਿਟੀਜ਼ ਹੈ ਜਾਂ ਤੁਹਾਡੇ ਕੋਲ ਹੈਗਾ ਫੈਡਰਲ ਸਟੇਟ ਆ, ਉੱਥੇ ਕੀ ਹੈ ਲੋਕਾਂ ਦਾ ਡਾਇਰੈਕਟ ਡਿਸੀਜਨ ਮੇਕਿੰਗ ਦੇ ਵਿੱਚ ਲੋਕ ਜਿਹੜੇ ਹੈਗੇ ਉਹ ਇਨਵੋਲਵਡ ਨੇ। ਠੀਕ ਹੈ, ਇਹ ਨਹੀਂ ਕਿ ਉਹਨਾਂ ਦੇ ਰਿਪਰੈਜ਼ੈਂਟੇਟਿਵ ਉੱਥੇ ਜਾ ਕੇ ਪਾਰਟੀਸਪੇਟ ਕਰਦਾ, ਉੱਥੇ ਡਾਇਰੈਕਟਲੀ ਲੋਕ ਜਿਹੜੇ ਹੈਗੇ ਆ ਉਹ ਪਾਰਟੀਸਪੇਟ ਕਰਦੇ ਆ ਇਨ ਡਿਸੀਜਨ ਮੇਕਿੰਗ। ਠੀਕ ਹੈ, ਹੁਣ ਦੂਸਰਾ ਆਪਣੇ ਕੋਲ ਕੀ ਆ ਗਿਆ, ਜਿਹੜੀ ਸੈਕਿੰਡ ਅਪਰੋਚ ਆ ਗਈ ਹੈ ਇਨਡਾਇਰੈਕਟ। ਇਨਡਾਇਰੈਕਟ ਦੇ ਵਿੱਚ ਕੀ ਭੇਜਦੇ ਆ ਆਪਾਂ? ਆਪਣਾ ਰਿਪਰੈਜ਼ੈਂਟੇਟਿਵ, ਮਤਲਬ ਉਹਨੂੰ ਇਲੈਕਟ ਕਰਕੇ ਭੇਜਦੇ ਆ, ਤੇ ਉਹ ਕੀ ਕਰਦਾ ਕਿ ਲੋਕਾਂ ਦੇ ਬਿਹਾਫ ਦੇ ਉੱਪਰ ਜਾ ਕੇ ਜਿਹੜੀ ਡਿਸੀਜਨ ਮੇਕਿੰਗ ਹੈ ਗਵਰਨਮੈਂਟ ਦੇ ਵਿੱਚ ਆਪਣਾ ਪਾਰਟੀਸਪੇਟ ਕਰਦਾ ਹੈ। ਹੁਣ ਜਿਹੜੀ ਇਨਡਾਇਰੈਕਟ ਡੈਮੋਕ੍ਰੇਸੀ ਹੈ, ਇਨਡਾਇਰੈਕਟ ਡੈਮੋਕ੍ਰੇਸੀ ਨੂੰ ਆਪਾਂ ਹੋਰ ਕੀ ਕਹਿ ਦਿੰਦੇ ਨਾਲ? ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਵੀ ਬੋਲ ਦਿੰਦੇ ਆ। ਇਨਡਾਇਰੈਕਟ ਡੈਮੋਕ੍ਰੇਸੀ ਨੂੰ ਹੋਰ ਦੂਸਰਾ ਨਾਮ ਇਹਦਾ ਕੀ ਹੈ? ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ। ਤੇ ਜਿਹੜੀ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਹੁੰਦੀ ਹੈ ਇਹਨੂੰ ਵੀ ਆਪਾਂ ਫਰਦਰ ਦੋ ਕੈਟਾਗਰੀ ਦੇ ਵਿੱਚ ਡਿਵਾਈਡ ਕਰ ਲੈਂਦੇ ਹਾਂ। ਇੱਕ ਹੁੰਦਾ ਕਿ ਪਾਰਲੀਮੈਂਟਰੀ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ, ਔਰ ਦੂਸਰੀ ਤੁਹਾਡੇ ਕੋਲ ਕੀ ਹੁੰਦੀ ਹੈ? ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ। ਹੁਣ ਜਿਹੜੀ ਇੰਡੀਆ ਦੇ ਵਿੱਚ, ਹੁਣ ਪਹਿਲੀ ਗੱਲ ਹੈ ਕਿ ਇੰਡੀਆ ਦੇ ਵਿੱਚ ਜਿਹੜੀ ਕਿਹੜੀ ਆਪਣੇ ਕੋਲੇ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਹੈ ਜਾਂ ਇਨਡਾਇਰੈਕਟ ਡੈਮੋਕ੍ਰੇਸੀ ਹੈ, ਤਾਂ ਇੰਡੀਆ ਦੇ ਵਿੱਚ ਆਪਣੇ ਕੋਲ ਕੀ ਹੈ? ਪਾਰਲੀਮੈਂਟਰੀ ਫਾਰਮ ਆਫ ਡੈਮੋਕ੍ਰੇਸੀ ਹੈ। ਪਾਰਲੀਮੈਂਟਰੀ ਫਾਰਮ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜੇ ਆਪਾਂ ਕੀ ਕਰਦੇ, ਵੋਟ ਕਰਦੇ ਹਾਂ, ਐਮਪੀਜ਼ ਨੂੰ ਚੁਣਦੇ ਹਾਂ, ਔਰ ਜਿਹੜੀ ਪਾਰਟੀ ਦੇ ਜ਼ਿਆਦਾ ਐਮਪੀ ਹੁੰਦੇ ਉਹਨਾਂ ਦੀ ਸਰਕਾਰ ਬਣਦੀ ਹੈ, ਤੇ ਸਰਕਾਰ ਬਣਦੀ ਹੈ ਤੇ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਡਿਸੀਜਨ ਮੇਕਿੰਗ ਦੇ ਵਿੱਚ
ਪਾਰਟੀਸਪੇਟ ਕਰਦੇ ਆ। ਕਲੀਅਰ, ਇਹਨੂੰ ਬੋਲਦੇ ਆ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਦੂਸਰੀ ਕੀ ਹੈ, ਇਹ ਵੀ ਇਨਡਾਇਰੈਕਟ ਫਾਰਮ ਆ, ਠੀਕ ਹੈ। ਦੂਸਰੀ ਕੀ ਹੈ, ਪ੍ਰੈਜ਼ੀਡੈਂਸ਼ੀਅਲ ਫਾਰਮ। ਪ੍ਰੈਜ਼ੀਡੈਂਸ਼ੀਅਲ ਫਾਰਮ ਦੇ ਵਿੱਚ ਕੀ ਹੁੰਦਾ ਹੈਗਾ ਕਿ ਪ੍ਰੈਜ਼ੀਡੈਂਸ਼ੀਅਲ ਫਾਰਮ ਕੀ ਹੈ, ਇਨ ਵਿਚ ਹੈਡ ਆਫ ਦਾ ਪ੍ਰੈਜ਼ੀਡੈਂਟ ਲੀਡਸ ਐਨ ਐਗਜ਼ੀਕਿਊਟਿਵ ਬ੍ਰਾਂਚ। ਜਿਹੜਾ ਹੈਡ ਆਫ ਦਾ ਸਟੇਟ, ਹੈਡ ਆਫ ਦਾ ਸਟੇਟ ਕੀ ਹੈ, ਫੋਰ ਐਗਜ਼ਾਮਪਲ ਪ੍ਰੈਜ਼ੀਡੈਂਟ ਹੈ USA ਦੀ ਆਪਾਂ ਗੱਲ ਕਰ ਲੈਂਦੇ ਹਾਂ, ਤਾਂ ਜਿੰਨੇ ਵੀ ਡਿਸੀਜਨ ਮੇਕਿੰਗ ਹੈ, ਲਾਅ ਮੇਕਿੰਗ ਹੈ, ਐਗਜ਼ੀਕਿਊਟਿਵ ਬ੍ਰਾਂਚ ਨੂੰ ਕੌਣ ਹੈਡ ਕਰੇਗਾ, ਹੈਡ ਆਫ ਦਾ ਸਟੇਟ, ਪ੍ਰੈਜ਼ੀਡੈਂਟ। ਉਹਨੂੰ ਆਪਾਂ ਕੀ ਕਹਿੰਦੇ ਹਾਂ, ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ, ਠੀਕ ਹੈ। ਇਹ ਮੇਨ ਹੈ ਕਿ ਡੈਮੋਕ੍ਰੇਟਿਕ ਦਾ ਕੀ ਹੈ, ਸਭ ਤੋਂ ਉੱਪਰ ਕੌਣ, ਸੁਪਰੀਮ ਕੌਣ ਹੈ, ਪੀਪਲ ਹੀ ਹੈ। ਉਹ ਚਾਹੇ ਡਾਇਰੈਕਟਲੀ ਇਨਵੋਲਵ ਹੋ ਜਾਣ ਲਾਅ ਮੇਕਿੰਗ ਦੇ ਵਿੱਚ, ਚਾਹੇ ਇਨਡਾਇਰੈਕਟਲੀ ਇਨਵੋਲਵ ਹੋ ਜਾਣ। ਉਸ ਤੋਂ ਬਾਅਦ ਥਰਡ ਵਨ ਕੀ ਹੈਗਾ ਆਪਣੇ ਕੋਲੇ, ਰਿਪਬਲਿਕ। ਹੁਣ ਰਿਪਬਲਿਕ ਦਾ ਮਤਲਬ ਸਿੰਪਲ ਇਹਦੇ 'ਚ ਹੈ ਕੀ ਹੈ ਕਿ ਜਿਹੜਾ ਸਟੇਟ ਦਾ ਹੈੱਡ ਹੋਏਗਾ, ਆਪਣੇ ਸਟੇਟ ਹੈੱਡ ਕੌਣ ਹੈ, ਪ੍ਰੈਜ਼ੀਡੈਂਟ, ਠੀਕ ਹੈ। ਤਾਂ ਪ੍ਰੈਜ਼ੀਡੈਂਟ ਆਪਣੇ ਕੋਲ ਕੀ ਹੈ, ਉਹ ਇਲੈਕਟਡ ਹੈ। ਇਲੈਕਟਡ ਦਾ ਮਤਲਬ ਕੀ ਹੈ ਕਿ ਉਹਨੂੰ ਆਪਾਂ ਚੁਣ ਕੇ ਭੇਜਿਆ ਗਿਆ। ਇਹ ਨਹੀਂ ਹੈ ਕਿ ਉਹਦਾ ਦਾਦਾ ਜਿਹੜਾ ਸੀਗਾ ਉਹ ਪਹਿਲਾਂ ਉਹ ਪ੍ਰੈਜ਼ੀਡੈਂਟ ਸੀ, ਫਿਰ ਉਹਦਾ ਫਾਦਰ ਪ੍ਰੈਜ਼ੀਡੈਂਟ ਬਣ ਗਿਆ, ਹੁਣ ਉਹਨੇ ਆਪਣੇ ਬਣਨਾ ਹੀ ਬਣਨਾ। ਨਹੀਂ, ਹੈਰੀਡੇਟਰੀ ਕੁਛ ਵੀ ਨਹੀਂ ਹੈ, ਮਨਾਰਕ ਨਹੀਂ ਹੈ, ਤੇ ਮਨਾਰਕੀ ਨਹੀਂ ਹੈ ਕਿ ਜਿਹੜਾ ਹੈਗਾ ਕਿ ਪਹਿਲੇ ਦਾਦਾ ਬਣਿਆ ਪ੍ਰੈਜ਼ੀਡੈਂਟ, ਫਿਰ ਫਾਦਰ ਬਣ ਗਿਆ, ਫਿਰ ਉਹ ਖੁਦ ਬਣ ਗਿਆ। ਨਹੀਂ, ਆਪਣੇ ਕੋਲ ਜਿਹੜਾ ਹੈਗਾ ਰਿਪਬਲਿਕ ਦਾ ਮਤਲਬ ਕੀ ਹੈ ਕਿ ਜਿਹੜਾ ਹੈੱਡ ਆਫ ਦਾ ਸਟੇਟ ਹੋਏਗਾ ਉਹ ਇਲੈਕਟਡ ਹੋਏਗਾ, ਲੋਕ ਉਹਨੂੰ ਇਨਡਾਇਰੈਕਟਲੀ ਇਲੈਕਟ ਕਰਕੇ ਭੇਜਣਗੇ, ਨਾ ਕਿ ਉਹ ਆਪਣੇ ਆਪ ਹੈਰੀਡੇਟਰੀ ਨਹੀਂ ਬਣੇਗਾ। ਤੋ ਸਿੰਪਲ ਇਹ ਆਪਣੇ ਕੋਲ ਜਿਹੜੇ 5 ਕੀਵਰਡਸ ਆਪਾਂ ਡਿਸਕਸ ਕਰ ਲਏ ਆ, ਔਰ ਇਹ 5 ਤੁਹਾਡੇ ਕੋਲ ਫਰਦਰ ਸਲਾਈਡਸ ਹੋਣੀਆਂ ਨੇ। ਸੋਵਰਨ ਦਾ ਮਤਲਬ ਸੋਸ਼ਲਿਸਟ ਦਾ, ਸੈਕੂਲਰ ਦਾ, ਡੈਮੋਕ੍ਰੈਟਿਕ ਐਂਡ ਰਿਪਬਲਿਕ। ਹੁਣ ਨੈਕਸਟ ਆਪਣੇ ਕੋਲ ਜਿਹੜੇ ਹੋਰ ਆ ਗਏ ਆ, ਹੁਣ ਇਹ ਹੋਰ ਕੀਵਰਡਸ ਕੀ ਆ ਗਏ ਆਪਣੇ ਕੋਲ, ਇੱਕ ਹੈ ਜਸਟਿਸ, ਲਿਬਰਟੀ ਐਂਡ ਇਕੁਐਲਿਟੀ। ਹੁਣ ਜਸਟਿਸ ਦਾ ਮਤਲਬ ਕੀ ਹੈ ਕਿ ਨਿਆਂ ਜਿਹੜਾ ਮਿਲਣਾ, ਉਹ ਕਿਸ ਤਰ੍ਹਾਂ ਦਾ ਜਸਟਿਸ ਹੋਏਗਾ, ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ। ਹੁਣ ਇਹ ਵੀ ਇੱਕ ਕੁਐਸਚਨ ਆ ਜਾਂਦਾ ਹੈਗਾ ਕਿ ਜਿਹੜਾ ਪ੍ਰਿੰਬਲ ਹੈ, ਉਹ ਪ੍ਰਿੰਬਲ ਕਿੰਨੇ ਤਰ੍ਹਾਂ ਦਾ ਜਸਟਿਸ ਆਪਾਂ ਨੂੰ ਪ੍ਰੋਵਾਈਡ ਕਰਦਾ ਹੈਗਾ, 3 ਤਰ੍ਹਾਂ ਦਾ ਪ੍ਰੋਵਾਈਡ ਕਰਦਾ, ਸੋਸ਼ਲ ਜਸਟਿਸ, ਇਕਨੋਮਿਕ ਜਸਟਿਸ ਐਂਡ ਪੋਲੀਟੀਕਲ ਜਸਟਿਸ। ਹੁਣ ਸੋਸ਼ਲ ਦਾ ਮਤਲਬ ਕੀ ਹੋਏਗਾ, ਸੋਸ਼ਲ ਜਸਟਿਸ ਦਾ ਮਤਲਬ ਕੀ ਹੋਏਗਾ ਕਿ ਅਸੀਂ ਨਾ ਜਿਹੜੇ ਇੰਡੀਅਨਸ ਆ, ਜਾਂ ਜਿਹੜਾ ਕੌਨਸਟੀਟਿਊਸ਼ਨ ਆਫ ਇੰਡੀਆ ਹੈ, ਉਹ ਡਿਸਕ੍ਰਿਮੀਨੇਸ਼ਨ ਨਹੀਂ ਕਰੇਗਾ ਔਨ ਦਾ ਬੇਸਿਸ ਆਫ ਕਾਸਟ ਲਾ ਲਓ, ਕਲਰ ਲਾ ਲਓ, ਰੇਸ ਲਾ ਲਓ, ਰੇਸ ਮਤਲਬ ਕਿ ਗੋਰਾ ਕਾਲਾ ਲਗਾ ਲਓ, ਹੈ ਨਾ, ਅੱਗੇ ਰਿਲੀਜਨ ਦੇ ਵਿੱਚ ਲਗਾ ਲਓ, ਫਰਦਰ ਕੀ ਹੈ, ਜੈਂਡਰ ਦੇ ਵਿੱਚ ਇੱਕ ਮੇਲ ਹੈ ਜਾਂ ਫੀਮੇਲ ਹੈ, ਇਹਨਾਂ ਦੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ ਔਨ ਦਾ ਬੇਸਿਸ ਆਫ ਜਿਹੜੇ ਸੋਸ਼ਲ ਐਲੀਮੈਂਟਸ ਨੇ। ਕਲੀਅਰ। ਦੂਸਰਾ ਕੀ ਹੈ, ਇਕਨੋਮਿਕ ਜਸਟਿਸ ਦਾ ਮਤਲਬ ਕੀ ਹੋਏਗਾ। ਹੁਣ ਇਕਨੋਮਿਕ ਜਸਟਿਸ ਦਾ ਮਤਲਬ ਇਹ ਨਹੀਂ ਹੈ ਕਿ ਅਮੀਰ ਲਈ ਅਲੱਗ ਤੋਂ ਰੂਲ ਬਣੇਗਾ ਔਰ ਜਿਹੜਾ ਗਰੀਬ ਹੈ ਉਹਦੇ ਲਈ ਕਾਨੂੰਨ ਅਲੱਗ ਤੋਂ ਬਣੇਗਾ। ਨਹੀਂ, ਇਕਨੋਮਿਕਲੀ ਕੀ ਹੈ ਕਿ ਪੈਸਾ ਇੱਕ ਸਾਈਡ ਤੇ ਹੋਏਗਾ, ਬਟ ਜਿਹੜੇ ਲਾਅ ਉਹ ਇੱਕ ਸਾਈਡ ਤੇ, ਕਿਸੇ ਨੂੰ ਕੋਈ ਖਾਸ ਪ੍ਰਿਵਿਲੇਜ ਨਹੀਂ ਮਿਲੇਗੀ। ਥਰਡ ਵਨ ਕੀ ਹੈ ਆਪਣੇ ਕੋਲੇ, ਜਿਹੜਾ ਪੋਲੀਟੀਕਲ ਹੈ। ਪੋਲੀਟੀਕਲ ਦੇ ਵਿੱਚ ਕੀ ਹੈ ਕਿ ਆਪਾਂ ਨੂੰ ਸਿੰਪਲ ਜਿਹਾ ਪਤਾ ਹੈ, ਜਸਟਿਸ ਦਾ ਮਤਲਬ ਕੀ ਹੈ, ਚਾਹੇ ਉਹ ਅਮੀਰ ਦਾ ਬੱਚਾ, ਚਾਹੇ ਉਹ ਗਰੀਬ ਦਾ ਬੱਚਾ, ਜਦ ਉਹ 18 ਸਾਲ ਦਾ ਹੋ ਗਿਆ ਤਾਂ ਉਹਦੀ ਵੋਟ ਹੋ ਜਾਣੀ ਤੇ ਉਹਦਾ ਮਤਲਬ ਉਹ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰ ਲਏਗਾ। ਤਾਂ ਪੋਲੀਟੀਕਲੀ ਜਸਟਿਸ ਵੀ ਇਹਨਾਂ ਨੂੰ ਜਿਹੜਾ ਹੈਗਾ ਪ੍ਰੋਵਾਈਡ ਕਰਦਾ ਹੈਗਾ। ਔਰ ਇਹਦੇ ਲਈ ਆਪਣੇ ਕੋਲ ਇਹਨਾਂ ਚੀਜ਼ਾਂ ਨੂੰ ਇਨਸ਼ੋਰ ਕਰਨ ਦੇ ਲਈ ਆਪਾਂ ਹੈ ਕੀ ਹੈ, ਆਪਾਂ ਯੂਜ਼ ਕੀ ਕਰ ਰਹੇ ਹਾਂ ਕੌਨਸਟੀਟਿਊਸ਼ਨ ਦੇ ਵਿੱਚ, ਤਾਂ ਕਿ ਲੋਕਾਂ ਨੂੰ ਸੋਸ਼ਲ ਜਸਟਿਸ ਮਿਲੇ, ਇਕਨੋਮਿਕ ਜਸਟਿਸ ਮਿਲੇ ਔਰ ਪੋਲੀਟੀਕਲ ਜਸਟਿਸ ਮਿਲੇ। ਇਹ ਕਿੱਦਾਂ ਇਨਸ਼ੋਰ ਕਰਦੇ ਹਾਂ, ਵਿਦ ਦ ਹੈਲਪ ਆਫ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਆਪਾਂ ਅੱਗੇ ਜਾ ਕੇ ਡਿਸਕਸ ਕਰਨੇ ਆ। ਇੱਕ ਦਾ ਕੁਐਸਚਨ ਦਾ ਫੰਡਾਮੈਂਟਲ ਰਾਈਟਸ ਤੋਂ ਡੈਫੀਨੇਟਲੀ ਆਉਣਾ ਹੀ ਆਉਣਾ, ਅਗਰ ਪੋਲਿਟੀ ਦੀ ਵੇਟੇਜ ਮਿਲ ਰਹੀ ਹੈ ਪੋਲਿਟੀ ਨੂੰ, ਤਾਂ ਫੰਡਾਮੈਂਟਲ ਰਾਈਟਸ ਦਾ ਕੁਐਸਚਨ ਇੱਕ ਨਾ ਇੱਕ ਬਣਨਾ ਹੀ ਬਣਨਾ। ਆਪਾਂ ਨੂੰ ਪਤਾ ਫੰਡਾਮੈਂਟਲ ਰਾਈਟਸ ਕਿਸ ਪਾਰਟ ਦੇ ਵਿੱਚ ਹੈ, ਪਹਿਲੀ ਗੱਲ ਪਾਰਟ 3 ਦੇ ਵਿੱਚ ਲਾਸਟ ਲੈਕਚਰ 'ਚ ਵੀ ਡਿਸਕਸ ਕੀਤਾ ਸੀਗਾ। ਆਰਟੀਕਲ ਫੰਡਾਮੈਂਟਲ ਰਾਈਟਸ ਦਾ ਆਰਟੀਕਲ ਜਿਹੜਾ ਹੈਗਾ ਉਹ ਆਪਾਂ ਕਿੱਥੋਂ ਤੋਂ ਕਿੱਥੋਂ ਤੱਕ ਯੂਜ਼ ਕਰ ਰਹੇ ਹਾਂ, ਆਰਟੀਕਲ ਨੰਬਰ 12 ਤੋਂ ਲੈ ਕੇ 35 ਤੱਕ। ਉਸ ਤੋਂ ਬਾਅਦ ਕੀ ਹੈ, ਇਹ ਹੁਣ ਜਸਟਿਸ ਆਪਾਂ ਇਨਸ਼ੋਰ ਕਿੱਦਾਂ ਕਰਨਾ ਹੈ, ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ, ਕਿਸ ਤਰ੍ਹਾਂ, ਫੰਡਾਮੈਂਟਲ ਰਾਈਟਸ ਦੇ ਨਾਲ। ਐਂਡ ਦੂਸਰਾ ਕੀ ਹੈ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਜਿਹੜੇ ਆਪਾਂ ਨੈਕਸਟ ਇਸ ਤੋਂ ਫੰਡਾਮੈਂਟਲ ਰਾਈਟਸ ਤੋਂ ਬਾਅਦ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਪੜ੍ਹਨੇ ਆ, ਉਹਦੇ ਨਾਲ ਆਪਾਂ ਕੀ ਇਨਸ਼ੋਰ ਕਰਦੇ ਹਾਂ ਕਿ ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ ਜਸਟਿਸ। ਉਸ ਤੋਂ ਬਾਅਦ ਆ ਗਈ ਹੈ ਲਿਬਰਟੀ। ਹੁਣ ਲਿਬਰਟੀ ਦਾ ਮਤਲਬ ਕੀ ਹੁੰਦਾ ਕਿ ਆਪਾਂ ਕਹਿ ਨਹੀਂ ਦਿੰਦੇ ਤੈਨੂੰ ਇਸ ਚੀਜ਼ ਦੀ ਲਿਬਰਟੀ ਦੇਤੀ ਹੈ। ਲਿਬਰਟੀ ਦਾ ਮਤਲਬ ਕਿ ਆਪਾਂ ਕਿਸੇ ਨੂੰ ਕਿਸੇ ਲਿਮਿਟੇਸ਼ਨ ਦੇ ਵਿੱਚ ਨਹੀਂ ਰੱਖਿਆ
ਕਿ ਹਾਂ ਤੂੰ ਦੋ ਸ਼ਬਦ ਹੀ ਬੋਲਣੇ ਹੈ ਜਾਂ ਤੂੰ ਜਿਵੇਂ ਮੈਂ ਬੋਲਿਆ ਉੱਦਾਂ ਹੀ ਸੋਚਣਾ ਹੈਗਾ। ਤਾਂ ਇਹ ਲਿਬਰਟੀ ਦੇ ਵਿੱਚ ਵੀ ਇਹ ਕੁਐਸਚਨ ਬਣ ਜਾਂਦਾ ਕਿ ਲਿਬਰਟੀ ਕਿਸ ਕਿਸ ਦੀ ਹੈ। ਲਿਬਰਟੀ ਆਫ ਥਾਟ, ਐਕਸਪ੍ਰੈਸ਼ਨ, ਬਿਲੀਫ, ਫੇਥ ਐਂਡ ਵਰਸ਼ਿਪ। ਕਿਸੇ ਨੂੰ ਵੀ ਉਹ ਪੂਜ ਲੇ, ਕਿਸੇ ਦੇ ਵੀ ਯਕੀਨ ਕਰ ਲੈ, ਜੋ ਮਰਜ਼ੀ ਐਕਸਪ੍ਰੈਸ ਕਰੇ ਔਰ ਜੋ ਮਰਜ਼ੀ ਉਹ ਖੁਦ ਸੋਚੇ। ਇਹ ਇਸ ਚੀਜ਼ ਦੀ ਲਿਬਰਟੀ ਆਪਾਂ ਨੂੰ ਕੌਣ ਦੇ ਰਿਹਾ ਹੈਗਾ? ਪ੍ਰਿੰਬਲ ਦੇ ਰਿਹਾ ਹੈਗਾ। ਦੂਸਰੀ ਗੱਲ, ਹੁਣ ਲਿਬਰਟੀ ਦਾ ਜਿਹੜਾ ਲਿਬਰਟੀ ਦਾ ਮਤਲਬ ਇਹਦਾ ਇਹ ਨਹੀਂ ਹੈ ਵੀ ਉਹ ਕੁਝ ਵੀ ਕਰੀ ਜਾਵੇ ਆਪਣੇ ਆਪ, ਹੈ ਨਾ। ਲਿਬਰਟੀ ਦਾ ਮਤਲਬ ਸਿੰਪਲ ਜਿਹਾ ਇਹੀ ਹੈ ਕਿ ਉਹਨੂੰ ਨਾ ਐਜ਼ ਪਰ ਕੌਨਸਟੀਟਿਊਸ਼ਨ ਹੀ ਲਿਬਰਟੀ ਦਿੱਤੀ ਵੀ ਹੈ। ਇਹ ਨਹੀਂ ਹੈ ਵੀ ਹਾਂ ਉਹਨੂੰ ਅਗਰ ਲਿਬਰਟੀ ਦੇਤੀ ਹੈ ਤੇ ਉਹ ਆਪਣੇ ਆਪ ਜਿਹੜਾ ਕੌਨਸਟੀਟਿਊਸ਼ਨ ਦੇ ਅਗੇਂਸਟ ਜਾ ਕੇ ਕੋਈ ਨਾ ਕੋਈ ਡਿਸੀਜਨ ਲੈ ਰਿਹਾ ਹੈਗਾ। ਜੋ ਚੀਜ਼ ਕੌਨਸਟੀਟਿਊਸ਼ਨ ਦੇ ਵਿੱਚ ਡਿਫਾਈਨਡ ਹੈ ਉਹੀ ਆਪਣੇ ਕੋਲ ਜਿਹੜੀ ਹੈਗੀ ਹੈ ਲਿਬਰਟੀ ਮਿਲੀ ਹੈ। ਉਹਨੂੰ ਐਬਸੋਲਿਊਟ ਲਿਬਰਟੀ ਨਹੀਂ ਮਿਲੀ। ਆਪਾਂ ਉਹਨੂੰ ਕਹਿੰਦੇ ਹਾਂ ਕਿ ਇਹਨੂੰ ਕੁਆਲੀਫਾਈਡ ਲਿਬਰਟੀ ਮਿਲੀ ਹੈ ਕਿ ਐਜ਼ ਪਰ ਕੌਨਸਟੀਟਿਊਸ਼ਨ ਜੋ ਚੀਜ਼ ਕੁਆਲੀਫਾਈ ਕਰਦਾ ਉਹੀ ਲਿਬਰਟੀ ਮਿਲੀ ਹੈ। ਇਹ ਨਹੀਂ ਹੈ ਕਿ ਹੁਣ ਇੱਕ ਜਿਹੜਾ ਆਪਾਂ ਕਹਿੰਦੇ ਨੇ ਐਕਸਕਲੂਸਿਵ ਕਹਿ ਦਿੰਦੇ ਹਾਂ ਜਾਂ ਐਬਸੋਲਿਊਟ ਕਹਿ ਦਿੰਦੇ ਹਾਂ, ਐਬਸੋਲਿਊਟ ਲਿਬਰਟੀ ਨਹੀਂ ਮਿਲੀ। ਫਰਦਰ ਉਸ ਤੋਂ ਲਿਬਰਟੀ ਕੀਵਰਡ ਤੁਹਾਡਾ ਕਲੀਅਰ ਹੈ। ਨੈਕਸਟ ਆਪਣੇ ਕੋਲ ਕੀ ਹੈ? ਇਕੁਐਲਿਟੀ। ਹੁਣ ਇਕੁਐਲਿਟੀ ਦਾ ਮਤਲਬ ਕੀ ਹੈ? ਇਕੁਐਲਿਟੀ ਆਫ ਸਟੇਟਸ ਐਂਡ ਆਫ ਓਪਰਚੁਨਿਟੀ। ਹੁਣ ਇਕੁਐਲਿਟੀ ਆਫ ਸਟੇਟਸ ਦਾ ਮਤਲਬ ਕੀ ਹੈ ਕਿ ਕਿਸੇ ਨੂੰ ਵੀ ਕੋਈ ਖਾਸ ਪ੍ਰਿਵਿਲੇਜ ਨਹੀਂ ਮਿਲ ਰਹੀ, ਸਾਰੇ ਬੰਦੇ ਸਾਡੇ ਲਈ ਕੀ ਹੈ? ਬਰਾਬਰ ਨੇ। ਕਿਵੇਂ ਇਕੁਐਲਿਟੀ ਕਿੱਦਾਂ ਇੰਪਲੀਮੈਂਟ ਕੀਤੀ ਹੈ ਆਪਾਂ? ਵਿਦ ਹੈਲਪ ਆਫ ਫੰਡਾਮੈਂਟਲ ਰਾਈਟਸ। ਠੀਕ ਹੈ, ਉੱਥੇ ਕੀ ਹੈ ਕਿ ਆਪਾਂ ਜਦੋਂ ਫੰਡਾਮੈਂਟਲ ਰਾਈਟਸ ਪੜ੍ਹਾਂਗੇ 14 ਤੋਂ ਲੈ ਕੇ 19 ਤੱਕ, ਉੱਥੇ ਆਪਾਂ ਮੇਨ ਬੇਸਿਕਲੀ ਇਕੁਐਲਿਟੀ ਨੂੰ ਹੀ ਡਿਸਕਸ ਕਰਨਾ ਹੈਗਾ। ਜਿਵੇਂ ਜਿਵੇਂ ਆਪਾਂ ਅੱਗੇ ਵੱਧਦੇ ਜਾਵਾਂਗੇ ਟੌਪਿਕ ਨਾਲ, ਸਿਮਿਲਰਲੀ ਜਿਹੜੇ ਤੁਹਾਡੇ ਪੁਰਾਣੇ ਵਾਲੇ ਉਹ ਤੁਹਾਡੇ ਆਟੋਮੈਟਿਕਲੀ ਹੋਰ ਜ਼ਿਆਦਾ ਕਲੀਅਰ ਹੁੰਦੇ ਜਾਣੇ ਆ। ਠੀਕ ਹੈ, ਇਕੁਐਲਿਟੀ ਆਫ ਸਟੇਟਸ ਐਂਡ ਅਪਰਚੁਨਿਟੀ। ਇਹ ਨਹੀਂ ਹੈ ਕਿ ਗਰੀਬ ਨੂੰ ਤਾਂ ਆਪਾਂ ਮੌਕਾ ਨਹੀਂ ਦਿੱਤਾ ਔਰ ਅਮੀਰ ਜਿਹੜਾ ਹੈਗਾ ਉਹਨੂੰ ਜੌਬ ਮਿਲ ਗਈ ਹੈ। ਠੀਕ ਹੈ, ਇਹ ਆਪਾਂ ਇਨਸ਼ੋਰ ਕੀਤੀ ਹੈ ਪ੍ਰਿੰਬਲ ਦੇ ਵਿੱਚ ਇਕੁਐਲਿਟੀ। ਉਸ ਤੋਂ ਬਾਅਦ ਤੁਹਾਡੇ ਕੋਲ ਕੀ ਹੈ? ਫਰਟਰਨਿਟੀ। ਫਰਟਰਨਿਟੀ ਦਾ ਮਤਲਬ ਕੀ ਹੈ? ਜੇ ਆਪਾਂ ਕਹਿ ਦਈਏ ਬ੍ਰਦਰਹੁੱਡ, ਜਿਹਨੂੰ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਭਾਈਚਾਰਾ, ਹੈ ਨਾ। ਤਾਂ ਇਹ ਭਾਈਚਾਰਾ ਵੀ ਜਿਹੜਾ ਬਣਾਈ ਰੱਖਣਾ, ਇਹ ਵੀ ਜਿਹੜਾ ਹੈਗਾ ਪ੍ਰਿੰਬਲ ਦੇ ਵਿੱਚ ਆਪਾਂ ਇਸ ਚੀਜ਼ ਨੂੰ ਵੀ ਇਨਸ਼ੋਰ ਕੀਤਾ ਹੈਗਾ ਕਿ ਜਿਹੜਾ ਆਪਸੀ ਭਾਈਚਾਰਾ ਬਣਿਆ ਰਹੇ। ਠੀਕ ਹੈ, ਆਪਸੀ ਭਾਈਚਾਰੇ ਦੇ ਵਿੱਚ ਕੀ ਹੈ? ਦ ਡਿਗਨਿਟੀ ਆਫ ਦਾ ਇੰਡੀਵਿਜੂਅਲ ਐਂਡ ਦਾ ਯੂਨਿਟੀ ਐਂਡ ਇੰਟੀਗ੍ਰਿਟੀ ਆਫ ਦਾ ਨੇਸ਼ਨ। ਮਤਲਬ ਜਿਹੜਾ ਇੰਡੀਵਿਜੂਅਲ ਆ ਉਹਦੀ ਵੀ ਰਿਸਪੈਕਟ ਕਰੀਏ, ਫਿਰ ਉਹ ਸਾਰੇ ਆਪਸ ਦੇ ਵਿੱਚ ਮਿਲ ਕੇ ਵੀ ਰਹਿਣ ਐਂਡ ਸਾਰੇ ਇੰਟੀਗ੍ਰੇਟ ਹੋ ਕੇ ਇੱਕ ਨੇਸ਼ਨ ਨੂੰ ਰਿਪਰੈਜ਼ੈਂਟ ਕਰਨ। ਜਦੋਂ ਵੀ ਆਪਾਂ ਬਾਹਰ ਜਾਂਦੇ ਹਾਂ ਤਾਂ ਆਪਾਂ ਆਪਣੀ ਕੀ ਪਰਸੈਪਸ਼ਨ ਹੁੰਦੀ ਹੈ ਕਿ ਆਪਾਂ ਬਾਹਰ ਜਾ ਕੇ ਕੀ ਬੋਲਣਾ? ਵੀ ਆਰ ਇੰਡੀਅਨਸ। ਠੀਕ ਹੈ, ਤਾਂ ਇਹ ਕੀ ਹੈ? ਤੁਹਾਡੀ ਯੂਨਿਟੀ ਐਂਡ ਇੰਟੀਗ੍ਰਿਟੀ। ਔਰ ਜਿਹੜਾ ਇੰਟੀਗ੍ਰਿਟੀ ਵਰਡ ਹੈ, ਇਹ ਆਪਾਂ ਪਹਿਲਾਂ ਤੁਹਾਨੂੰ ਮੈਂ ਦੱਸਿਆ ਹੈਗਾ ਕਿ 3 ਵਰਡ ਐਡ ਕੀਤੇ ਸੀਗੇ। ਕਿਹੜੇ ਕਿਹੜੇ? ਸੋਸ਼ਲਿਸਟ, ਸੈਕੂਲਰ ਐਂਡ ਇੰਟੀਗ੍ਰਿਟੀ। ਕਿਹੜੀ ਅਮੈਂਡਮੈਂਟ ਦੇ ਵਿੱਚ? 42ਵੀਂ ਅਮੈਂਡਮੈਂਟ 'ਚ। ਕਦੋਂ ਹੋਈ ਸੀ? 1976 ਦੇ ਵਿੱਚ। ਕਲੀਅਰ? ਤੇ ਇਹ ਉਹੀ ਇੰਟੀਗ੍ਰਿਟੀ ਵਰਡ ਹੈ। ਉਸ ਤੋਂ ਬਾਅਦ ਕੀ ਹੈ? ਲਾਸਟ ਦੇ ਵਿੱਚ ਇੱਕ ਲਾਈਨ ਬੜੀ ਇੰਪੋਰਟੈਂਟ ਹੈ। ਇਨ ਆਰ ਕੌਨਸਟੀਟਿਊਸ਼ਨ ਅਸੈਂਬਲੀ this 26th day of November 1949 do hereby adopt, enact and govern and give to ourselves this constitution। ਠੀਕ ਹੈ, ਤਾਂ ਇਹ ਕੌਨਸਟੀਟਿਊਸ਼ਨ ਕਿਹਨੂੰ ਦਿੱਤਾ ਸੀਗਾ ਆਪਾਂ? ਇਹ ਅਸੀਂ ਆਪਣੇ ਆਪ ਨੂੰ ਦਿੱਤਾ ਹੈਗਾ, ਨਾ ਪ੍ਰੈਜ਼ੀਡੈਂਟ ਨੂੰ, ਨਾ ਪ੍ਰਾਈਮ ਮਿਨਿਸਟਰ ਨੂੰ, ਨਾ ਗਵਰਨਰ ਨੂੰ। ਲੋਕਾਂ ਨੇ ਕਿਹਨੂੰ ਦਿੱਤਾ ਹੈਗਾ? ਵੀ ਦਾ ਪੀਪਲ ਆਫ ਇੰਡੀਆ। ਲੋਕਾਂ ਨੇ ਆਪਣੇ ਆਪ ਨੂੰ ਦਿੱਤਾ ਹੈਗਾ ਕੌਨਸਟੀਟਿਊਸ਼ਨ। ਕਲੀਅਰ? ਇਹ ਵੀ ਕਈ ਵਾਰ ਕੁਐਸਚਨ ਆ ਜਾਂਦਾ ਹੈਗਾ। ਤਾਂ ਇਹ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਕਿ ਇਹਨੂੰ ਵਾਰ-ਵਾਰ ਸੁਣਿਓ, ਵਾਰ-ਵਾਰ ਇਸ ਚੀਜ਼ ਨੂੰ ਪੜ੍ਹਿਓ, ਅਤੇ ਓਨਾ ਹੀ ਤੁਹਾਡੇ ਜ਼ਿਆਦਾ ਤੋਂ ਜ਼ਿਆਦਾ ਇਹ ਜਿਹੜੇ ਹੈਗੇ ਆ ਇਹ ਕਨਸੈਪਟ ਤੁਹਾਡੇ ਦੇ ਕਲੀਅਰ ਹੁੰਦੇ ਜਾਣੇ। ਬਾਕੀ ਜਿਵੇਂ ਪਹਿਲਾਂ ਮੈਂ MCQ ਡਿਸਕਸ ਕੀਤਾ ਗਿਆ, ਉੱਥੇ ਇਹਨਾਂ ਚੀਜ਼ਾਂ ਨੂੰ ਆਪਾਂ ਦੁਬਾਰਾ ਤੋਂ ਰਿਵਾਈਜ਼ ਕਰ ਲੈਣਾ ਹੈਗਾ। ਨੈਕਸਟ ਇਹ ਤੁਹਾਡੀਆਂ ਉਹੀ ਸਲਾਈਡਸ ਨੇ ਜਿਹੜੀਆਂ ਆਪਾਂ ਮੈਂ ਤੁਹਾਨੂੰ ਡਿਸਕਸ ਕਰ ਲਈਆਂ ਨੇ। ਇਹਨਾਂ ਨੂੰ ਜਦੋਂ ਤੁਸੀਂ ਖੁਦ ਪੜ੍ਹਨਾ ਹੋਇਆ ਇੱਕ ਵਾਰ ਦੁਬਾਰਾ ਤੋਂ ਇਹਨੂੰ ਰੀਡ ਆਊਟ ਕਰ ਲਿਓ ਔਰ ਵੀਡੀਓ ਤੁਸੀਂ ਨਾਲ ਦੀ ਨਾਲ ਸੁਣਦੇ ਰਹਿਣਾ ਹੈਗਾ। ਸੇਮ ਉਹੀ ਕੀਵਰਡਸ ਨੇ, ਰਿਪਬਲਿਕ, ਜਸਟਿਸ, ਲਿਬਰਟੀ, ਇਕੁਐਲਿਟੀ, ਫਰਟਰਨਿਟੀ। ਉਸ ਤੋਂ ਬਾਅਦ ਕੀ ਹੈ? ਹੁਣ ਨੈਕਸਟ ਜਿਹੜਾ ਇਹਦੇ 'ਚ ਟੌਪਿਕ ਆਉਂਦਾ ਕਿ ਅਮੈਂਡੇਬਿਲਿਟੀ ਆਫ ਦਾ ਪ੍ਰੀਐਂਬਲ। ਹੁਣ ਪ੍ਰੀਐਂਬਲ ਨੂੰ ਆਪਾਂ ਅਮੈਂਡ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ? ਇਹ ਇੱਕ ਬਹੁਤ ਵੱਡਾ ਕੁਐਸਚਨ ਸੀਗਾ ਕਿ ਇਹਨੂੰ ਜਿਹੜਾ ਆਰਟੀਕਲ 368 ਇਹਦਾ ਮਤਲਬ ਕੀ ਹੁੰਦਾ ਹੈਗਾ?
ਅਗਰ ਕੋਈ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰਨੀ ਹੈ ਨਾ, ਉਹਦੇ ਲਈ ਆਪਣੇ ਕੋਲ ਆਰਟੀਕਲ ਕੀ ਹੈ 368। ਹੁਣ ਇਹਦਾ ਕੁਐਸਚਨ ਆਪਣੇ ਕੋਲ ਕੀ ਹੁੰਦਾ ਹੈ ਕਿ ਜਿਹੜਾ 368 ਹੈ ਉਹਦੇ ਨਾਲ ਆਪਾਂ ਜਿਹੜਾ ਪ੍ਰੀਐਮਬਲ ਨੂੰ ਅਮੈਂਡ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਆਪਾਂ ਲਿਖੇ ਨਾ ਪ੍ਰੀਫੇਸ ਆਫ ਦਾ ਕਨਸਟੀਟਿਊਸ਼ਨ, ਉਹਦੀ ਸਮਰੀ ਹੈ ਕਿ ਸਮਰੀ ਨੂੰ ਆਪਾਂ ਅਮੈਂਡ ਕਰ ਸਕਦੇ ਹਾਂ। ਅਮੈਂਡਮੈਂਟ ਦਾ ਮਤਲਬ ਉਹਦੇ 'ਚ ਚੇਂਜਸ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਤੇ ਇਹਦੇ ਲਈ ਆਪਣੇ ਕੋਲ ਇੱਕ ਡਿਫਰੈਂਟ ਕੇਸਿਸ ਹੋਏ ਆ ਜਿਹਦੇ 'ਚ ਸੁਪਰੀਮ ਕੋਰਟ ਦੀ ਡਿਸੀਜਨ ਆਇਆ ਸੀਗਾ। ਤਾਂ ਅਲਟੀਮੇਟਲੀ ਆਪਾਂ ਉਸ ਦੋਨਾਂ ਨੂੰ ਉਹ ਪੇਪਰ ਦੇ ਵਿੱਚ ਵੀ ਡਾਇਰੈਕਟ ਆ ਜਾਂਦੇ ਆ। ਤਾਂ ਉਹ ਕਿਹੜੇ ਕੇਸਿਸ ਸੀਗੇ? ਇੱਕ ਹੈ ਬੈਰੂਵੇਰੀ ਯੂਨੀਅਨ ਕੇਸ 1960 ਦੇ ਵਿੱਚ। ਇਹਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਕੀ ਕਿਹਾ ਸੀਗਾ ਕਿ ਪ੍ਰੀਐਮਬਲ ਇਜ਼ ਨਾਟ ਅ ਪਾਰਟ ਆਫ ਦਾ ਕਨਸਟੀਟਿਊਸ਼ਨ। ਇਹਨਾਂ ਨੇ ਕੀ ਕਿਹਾ ਸੀਗਾ ਪ੍ਰੀਐਮਬਲ ਜਿਹੜਾ ਹੈਗਾ ਕਿ ਕਨਸਟੀਟਿਊਸ਼ਨ ਦਾ ਪਾਰਟ ਨਹੀਂ ਹੈ। ਤਾਂ ਅਗਰ ਕਨਸਟੀਟਿਊਸ਼ਨ ਦਾ ਪਾਰਟ ਨਹੀਂ ਹੈ, being not a part of the constitution, it cannot be amended under article 368। ਹੁਣ ਕੁਐਸਚਨ ਕੀ ਤੁਹਾਡੇ ਕੋਲ ਹੈਗਾ ਕਿ ਬੈਰੂਵੇਰੀ ਕੇਸ ਦੇ ਵਿੱਚ ਕੀ ਡਿਸੀਜਨ ਕੀ ਹੋਇਆ ਸੀਗਾ ਕਿ ਪ੍ਰੀਐਮਬਲ ਕੀ ਹੈ? ਪ੍ਰੀਐਮਬਲ ਇਜ਼ ਨਾਟ ਅ ਪਾਰਟ ਆਫ ਕਨਸਟੀਟਿਊਸ਼ਨ। ਕਦੋਂ ਹੋਇਆ ਸੀਗਾ ਕੇਸ? 1960। ਇਹ ਕੇਸ ਨਹੀਂ ਪੁੱਛਣਗੇ ਤੁਹਾਨੂੰ, ਬੇਸਿਕਲੀ ਇਹ ਪੁੱਛਣਗੇ ਇਹਦੇ 'ਚ ਹੋਇਆ ਕੀ ਹੈ। ਇਹਦੇ 'ਚ ਆਪਾਂ ਇਹ ਡਿਸਾਈਡ ਕੀਤਾ ਜਿਹੜਾ ਪ੍ਰੀਐਮਬਲ ਇਜ਼ ਨਾਟ ਅ ਪਾਰਟ ਆਫ ਦਾ ਕਨਸਟੀਟਿਊਸ਼ਨ ਐਂਡ ਹੈਂਸ ਇਟ ਕੈਨ ਨਾਟ ਬੀ ਅਮੈਂਡਡ ਵਿਦ ਦ ਹੈਲਪ ਆਫ ਆਰਟੀਕਲ 368। ਦੂਸਰਾ ਆਪਣੇ ਕੋਲ ਕੇਸ ਜਿਹੜਾ ਆਪਾਂ ਡਿਸਕਸ ਕਰਨਾ ਹੈਗਾ, ਦੂਸਰਾ ਕੇਸ ਆਪਣੇ ਕੋਲ ਸੀਗਾ ਕੇਸਵ ਨੰਦਾ ਭਾਰਤੀ ਕੇਸ 1973। ਹੁਣ ਇਹਦੇ ਵਿੱਚ ਕੀ ਸੀਗਾ? ਇਹ 'ਚ ਵੀ ਕੀ ਕੀਤਾ? ਸੁਪਰੀਮ ਕੋਰਟ rejected the earlier opinion and held that preamble is a part of the constitution। ਤਾਂ ਹੁਣ ਇਹਦੇ 'ਚ ਕੀ ਕਹਿਤਾ ਸੀਗਾ ਕਿ ਨਾਓ ਪ੍ਰੀਐਮਬਲ ਕੀ ਹੈ? ਸੁਪਰੀਮ ਕੋਰਟ ਨੇ ਕੀ ਕਹਿਤਾ? ਪਹਿਲੇ ਵਿੱਚ ਕੀ ਕਿਹਾ ਕਿ ਪ੍ਰੀਐਮਬਲ ਇਜ਼ ਨਾਟ ਅ ਪਾਰਟ ਆਫ ਦਾ ਕਨਸਟੀਟਿਊਸ਼ਨ, ਬਟ ਇਹਦੇ ਵਿੱਚ ਕੀ ਕਹਿੰਦਾ ਪ੍ਰੀਐਮਬਲ ਇਜ਼ ਅ ਪਾਰਟ ਆਫ ਦਾ ਕਨਸਟੀਟਿਊਸ਼ਨ ਐਂਡ ਆਲਸੋ ਸੈਡ, ਇਹ ਵੀ ਕਿਹਾ ਨਾਲ ਕਿ ਦਿਸ ਇਜ਼ ਦਾ ਬੇਸਿਕ ਸਟਰਕਚਰ ਆਫ ਦਾ ਕਨਸਟੀਟਿਊਸ਼ਨ। ਉਹਨਾਂ ਨੇ ਇਹ ਤਾਂ ਕਹਿਤਾ ਕਿ ਪਾਰਟ ਆਫ ਦਾ ਕਨਸਟੀਟਿਊਸ਼ਨ ਆ, ਉਹਦੇ ਨਾਲ ਇੱਕ ਹੋਰ ਚੀਜ਼ ਐਡ ਕਰਤੀ ਹੈ ਕਿ ਬੇਸਿਕ ਸਟਰਕਚਰ ਜਾਂ ਬੇਸਿਕ ਫੀਚਰ ਆਫ ਦਾ ਕਨਸਟੀਟਿਊਸ਼ਨ ਹੈ ਐਂਡ ਨੋ ਅਮੈਂਡਮੈਂਟ ਕੈਨ ਬੀ ਮੇਡ ਟੂ ਦਾ ਬੇਸਿਕ ਫੀਚਰ ਆਫ ਦਾ ਕਨਸਟੀਟਿਊਸ਼ਨ ਯੂਜ਼ਿੰਗ ਆਰਟੀਕਲ 368। ਨਾ ਤਾਂ ਅਮੈਂਡਮੈਂਟ ਪਹਿਲੇ ਵਾਲੇ ਦੇ ਵਿੱਚ ਕੀਤੀ ਹੈ ਅਲਾਉ ਪੋਸੀਬਲ ਆ, ਨਾ ਸੈਕਿੰਡ ਦੇ ਵਿੱਚ ਪੋਸੀਬਲ ਆ। ਦੋਨਾਂ ਦੇ ਵਿੱਚ ਫਰਕ ਕੀ ਹੈ ਕਿ ਪਹਿਲੇ ਵਿੱਚ ਇਹਨਾਂ ਨੇ ਕਿਹਾ ਸੀਗਾ ਪ੍ਰੀਐਮਬਲ ਇਜ਼ ਨਾਟ ਅ ਪਾਰਟ ਆਫ ਦਾ ਕਨਸਟੀਟਿਊਸ਼ਨ, ਸੈਕਿੰਡ ਦੇ ਵਿੱਚ ਇਹਨਾਂ ਨੇ ਕਹਿਤਾ ਕਿ ਪ੍ਰੀਐਮਬਲ ਇਜ਼ ਅ ਪਾਰਟ ਆਫ ਦਾ ਕਨਸਟੀਟਿਊਸ਼ਨ। ਪਹਿਲੇ 'ਚ ਨਾਟ ਆਇਆ ਹੈਗਾ, ਦੂਜੇ ਦੇ ਵਿੱਚ ਕੀ ਹੈ? ਇਹਨਾਂ ਨੇ ਇਹ ਚੀਜ਼ ਐਡਮਿਟ ਕਰ ਲਈ ਹੈ ਕਿ ਪ੍ਰੀਐਮਬਲ ਇਜ਼ ਅ ਪਾਰਟ ਆਫ ਦਾ ਕਨਸਟੀਟਿਊਸ਼ਨ, ਬਟ ਉਹਦੇ ਨਾਲ ਇਹ ਕੀ ਕਹਿੰਦਾ ਦਿਸ ਇਜ਼ ਦਾ ਬੇਸਿਕ ਸਟਰਕਚਰ, ਬਟ ਵੀ ਕੈਨ ਨਾਟ ਚੇਂਜ ਦਾ ਬੇਸਿਕ ਸਟਰਕਚਰ ਔਰ ਵੀ ਕੈਨ ਨਾਟ ਅਮੈਂਡ ਦਾ ਬੇਸਿਕ ਸਟਰਕਚਰ ਯੂਜ਼ਿੰਗ ਦਾ ਆਰਟੀਕਲ 368। ਠੀਕ ਹੈ, ਇਹ ਦੋ ਕੇਸਿਸ ਸੀਗੇ ਜਿਹੜੇ ਪ੍ਰੀਐਮਬਲ ਬੇਸਡ ਯੂਜ਼ਲੀ ਆਪਾਂ ਨੂੰ ਆ ਜਾਂਦੇ ਆ। ਨੈਕਸਟ ਕੀ ਹੈ ਕਿ ਹੁਣ ਕੁਐਸਚਨ ਕੀ ਹੁੰਦਾ ਕਿ ਜਦੋਂ ਉਹਨੂੰ ਅਮੈਂਡਮੈਂਟ ਤਾਂ ਹੋਈ ਨਹੀਂ ਹੈ, ਬਟ ਹੁਣ ਤੱਕ ਉਹ ਕੀ ਪਹਿਲਾਂ ਅਮੈਂਡਮੈਂਟ ਇਹਨੂੰ ਅਮੈਂਡ ਕਦੀ ਕੀਤਾ ਗਿਆ ਕਿ ਨਹੀਂ ਕੀਤਾ ਗਿਆ ਹੈਗਾ। ਠੀਕ ਹੈ, ਉਹਦਾ ਡਿਸਕਸ਼ਨ ਚੱਲਦੀ ਰਹਿਣੀ ਹੈ। ਹੁਣ ਅਮੈਂਡਮੈਂਟ ਵਿੱਚ ਕੀ ਹੈ? ਹਾਲੇ ਤੱਕ ਇਹਦੇ 'ਚ ਕੀ ਹੈ? ਇੱਕ ਸਿੰਗਲ ਅਮੈਂਡਮੈਂਟ ਹੋਈ ਹੈ। ਉਹ ਕੀ ਹੈ? ਉਹ ਕਿਹੜੀ ਅਮੈਂਡਮੈਂਟ ਹੈ? 42ਵੀਂ ਅਮੈਂਡਮੈਂਟ, ਜਿਹਦੇ ਵਿੱਚ ਆਪਣੇ ਕੋਲ ਕੀ ਸੀਗਾ? ਕਿਹੜੇ ਵਰਡਸ ਐਡ ਕੀਤੇ ਆ? ਸੋਸ਼ਲਿਸਟ, ਸੈਕੂਲਰ ਐਂਡ ਇੰਟੀਗ੍ਰਿਟੀ। ਕਦੋਂ ਹੋਈ ਸੀ 42ਵੀਂ ਅਮੈਂਡਮੈਂਟ? 1976 ਦੇ ਵਿੱਚ। ਇੰਪੋਰਟੈਂਟ, ਵੈਰੀ ਇੰਪੋਰਟੈਂਟ ਕੁਐਸਚਨ ਹੈ। ਇਸੇ ਦੇ ਬੇਸਡ ਹੀ ਕਾਫੀ ਕੁਐਸਚਨ ਤੁਹਾਡੇ ਕੋਲ ਆ ਜਾਂਦੇ ਆ। ਕਈ ਵਾਰੀ ਕੀਵਰਡ ਚੇਂਜ ਕਰ ਦਿੰਦਾ, ਸੋਸ਼ਲਿਸਟ, ਸੋਵਰਨ ਐਂਡ ਇੰਟੀਗ੍ਰਿਟੀ ਕਰ ਦਿੰਦਾ ਹੈਗਾ, ਸੋਸ਼ਲਿਸਟ, ਸੈਕੂਲਰ ਐਂਡ ਡੈਮੋਕ੍ਰੈਟਿਕ ਕਰ ਦਿੰਦਾ ਹੈਗਾ। ਬਟ ਆ ਤੁਸੀਂ ਯਾਦ ਰੱਖਣਾ ਕਿਹੜੇ ਹੈ? ਸੋਸ਼ਲਿਸਟ, ਸੈਕੂਲਰ ਐਂਡ ਇੰਟੀਗ੍ਰਿਟੀ। ਇਹ ਸਿਰਫ ਤੁਹਾਡੇ ਕੋਲ ਜਿਹੜੇ ਹੋਏ ਆ ਇਹ 3 ਕੀਵਰਡਸ ਜਿਹੜੇ ਐਡ ਹੋ ਗਏ ਸੀਗੇ ਪ੍ਰੀਐਮਬਲ ਦੇ ਵਿੱਚ, ਔਰ ਸਿੰਗਲ ਟਾਈਮ ਜਿਹੜਾ ਇਹ ਤੁਹਾਡੇ ਕੋਲੇ ਜਿਹੜਾ ਅਮੈਂਡ ਹੋਇਆ ਗਿਆ ਪ੍ਰੀਐਮਬਲ ਹੁਣ ਤੱਕ। ਔਰ ਕਦੋਂ ਅਮੈਂਡ ਹੋਇਆ ਸੀਗਾ? 1976 ਦੇ ਵਿੱਚ। ਹੁਣ ਦੂਸਰਾ ਜਿਹੜਾ ਇਹਦੇ 'ਚ ਮੇਨ ਟੌਪਿਕ ਆ ਗਿਆ ਉਹ ਆਪਣੇ ਕੋਲੇ ਕੀ ਆ ਗਿਆ? ਦੇਖੋ ਜਿਹੜਾ ਆਪਾਂ ਕਨਸਟੀਟਿਊਸ਼ਨ ਬਣਾਇਆ ਹੈਗਾ ਇਹ ਤਾਂ ਹੈ ਨਹੀਂ ਕਿ ਸਾਰਾ ਆਪਣਾ ਹੀ ਆਈਡੀਆ ਸੀਗਾ, ਕੁਛ ਨਾ ਕੁਛ ਚੀਜ਼ਾਂ ਆਪਾਂ ਕਿਤੇ ਨਾ ਕਿਤੋਂ ਬੋਰੋ ਕੀਤੀਆਂ ਨੇ। ਤਾਂ ਹੁਣ ਇਹਦੇ 'ਚ ਉਹੀ ਹੈ ਕਿ ਕਿਹੜੇ ਫੀਚਰਸ ਕਿੱਥੋਂ ਆਪਾਂ ਬੋਰੋ ਕੀਤੀਆਂ ਨੇ, ਬੋਰੋਡ ਫੀਚਰਸ ਆਫ ਦਾ ਕਨਸਟੀਟਿਊਸ਼ਨ, ਜਾਂ ਆਪਾਂ ਇਹਨੂੰ ਕੀ ਕਹਿ ਦਿੰਦੇ ਆ ਕਿ ਸੋਰਸਿਸ ਆਫ ਦਾ ਕਨਸਟੀਟਿਊਸ਼ਨ ਜਿਹੜਾ ਬਣਿਆ ਹੈਗਾ ਇੰਨਾ ਮੋਟਾ ਆਪਾਂ ਬਣਾਇਆ, ਸਭ ਤੋਂ ਵੱਡਾ ਕਨਸਟੀਟਿਊਸ਼ਨ ਹੈ ਇੰਡੀਆ ਦਾ ਰਿਟਨ ਕਨਸਟੀਟਿਊਸ਼ਨ। ਤਾਂ ਇਹ ਕਿਵੇਂ ਬਣਿਆ ਹੈਗਾ? ਇਹ ਪੋਸੀਬਲ ਕਿਵੇਂ ਹੋਇਆ ਕਿ ਕੁਛ ਨਾ ਕੁਛ ਚੀਜ਼ਾਂ ਤਾਂ ਅਸੀਂ ਆਪਣੇ ਕੋਲੇ ਸੀਗਾ ਮਟੀਰੀਅਲ, ਸਾਡੇ ਕੋਲੇ ਕੁਛ ਨਾ ਕੁਛ ਚੀਜ਼ਾਂ ਆਪਾਂ ਜਿਹੜੇ ਸੀਗੇ ਕੁਛ ਫੀਚਰਸ ਆਪਾਂ ਬਾਹਰ ਤੋਂ ਬੋਰੋ ਕਰ ਲਈਆਂ ਨੇ। ਹੁਣ ਮਤਲਬ ਅੱਗੇ ਫਰਦਰ ਇਹਦੇ 'ਚ ਕੀ ਹੋਏਗਾ ਕਿ ਜਿਹੜਾ 75% ਹੈ 75% ਆਫ ਦਾ ਕਨਸਟੀਟਿਊਸ਼ਨ ਜਿਹੜਾ ਹੈਗਾ ਇਹ ਕਿੱਥੋਂ ਲਿਆ ਗਿਆ? ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਆਪਾਂ ਡਿਸਕਸ ਕਰਦੇ ਆ ਰਹੇ ਸੀਗੇ ਪਹਿਲੇ
1935, ठीक है। तो 1935 ਐਕਟ ਦੇ ਜਿਹੜਾ 70% ਕੌਨਸਟੀਟਿਊਸ਼ਨ ਦੇ ਵਿੱਚ ਜਿਹੜਾ ਕੰਟਰੀਬਿਊਸ਼ਨ ਕਿਸ ਚੀਜ਼ ਦੀ ਹੈ, ਇਹ ਗਵਰਨਮੈਂਟ ਆਫ ਇੰਡੀਆ ਐਕਟ 1935 ਦੀ ਹੈ। ਕਲੀਅਰ। ਉਹਨੂੰ ਆਪਾਂ ਆਪਣੇ ਅਕੋਰਡਿੰਗਲੀ ਸੂਟੇਬਲ ਜਿਹੜੇ ਸੀਗਾ ਉਹਨੂੰ ਅਡੋਪਟ ਕੀਤਾ ਐਂਡ ਮੋਡੀਫਾਈ ਕਰਕੇ ਆਪਾਂ ਜਿਹੜਾ ਆਪਣਾ ਕੌਨਸਟੀਟਿਊਸ਼ਨ ਬਣਾ ਲਿਆ। ਹੁਣ ਕਿੱਥੋਂ ਆਪਾਂ ਕੀ ਲਿਆ ਗਿਆ ਉਹ ਚੀਜ਼ ਜ਼ਰੂਰ ਆਪਾਂ ਡਿਸਕਸ ਕਰਨੀ ਹੈ। ਪਹਿਲੀ ਗੱਲ ਆਪਣੇ ਕੋਲ ਕੀ ਹੈ ਕਿ ਗਵਰਨਮੈਂਟ ਆਫ ਇੰਡੀਆ ਐਕਟ ਆਪਣੇ ਕੋਲ ਆਏਗਾ, ਉਹਦੇ 'ਚ ਆਪਾਂ ਕਿੰਨੇ % ਆਪਣੇ ਕੋਲ ਹੋਇਆ ਹੈਗਾ 75%। ਹੁਣ 75% ਦੇ ਵਿੱਚ ਕੀ ਕੁਝ ਕਰ ਲਿਆ ਆਪਾਂ। ਪਬਲਿਕ ਸਰਵਿਸ ਕਮਿਸ਼ਨ, ਜਿਵੇਂ ਆਪਣੇ PPSC ਹੋ ਗਿਆ, UPSC ਹੋ ਗਿਆ, ਇਹ ਆਪਣੇ ਕਿੱਥੋਂ ਆਏ ਆ, ਗਵਰਨਮੈਂਟ ਆਫ ਇੰਡੀਆ ਐਕਟ 1935। ਇਹ ਚੀਜ਼ ਪਹਿਲੇ ਡਿਸਾਈਡ ਹੋ ਗਈ ਸੀਗੀ, ਉਹਨੂੰ ਆਪਾਂ ਐਜ਼ ਇਟ ਇਜ਼ ਆਪਾਂ ਦੁਬਾਰਾ ਇੰਪਲੀਮੈਂਟ ਕਰ ਲਿਆ। ਦੂਸਰਾ ਕੀ ਆਇਆ, ਫੈਡਰਲ ਸਕੀਮ। ਹੁਣ ਫੈਡਰਲ ਸਕੀਮ ਦੇ ਵਿੱਚ ਕੀ ਹੈ, ਇਹ ਬੇਸਿਕਲੀ ਆਪਾਂ ਕੈਨੇਡਾ ਤੋਂ ਵੀ ਲਏ ਆ, ਪਰ ਕੈਨੇਡਾ ਵਾਲੇ ਦੇ ਵਿੱਚ ਕੀ ਹੈ ਕਿ ਵਿਦ ਸਟਰੋਂਗ ਸੈਂਟਰ। ਫੈਡਰਲ ਦਾ ਮਤਲਬ ਕੀ ਹੈ, ਡਿਸਟ੍ਰੀਬਿਊਸ਼ਨ ਆਫ ਪਾਵਰਸ। ਡਿਸਟ੍ਰੀਬਿਊਸ਼ਨ ਆਫ ਪਾਵਰ ਕੀ ਹੈ ਕਿ ਸੈਂਟਰ ਦੇ ਆਪਣੇ ਕਾਨੂੰਨ ਹੋਣੇ ਆ, ਸਟੇਟ ਦੇ ਆਪਣੇ ਕਾਨੂੰਨ ਹੋਣੇ ਆ, ਐਂਡ ਜਿਹੜੀ ਲੋਕਲ ਗਵਰਨਮੈਂਟ ਆ, ਜਿਹੜੀ ਪੰਚਾਇਤੀ ਰਾਜ ਜਿਹਨੂੰ ਆਪਾਂ ਕਹਿ ਦਿੰਦੇ ਆ, ਮਿਊਨਿਸਪੈਲਿਟੀਜ਼ ਐਂਡ ਗ੍ਰਾਮ ਪੰਚਾਇਤ, ਉਹਨਾਂ ਦੇ ਆਪਣੇ ਰੂਲਸ ਹੋਣੇ ਆ। ਕਲੀਅਰ। ਇਹ ਵੀ ਆਪਾਂ ਜਿਹੜਾ ਕਿੱਥੋਂ ਫੋਲੋ ਕੀਤਾ ਗਿਆ, ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ। ਉਸ ਤੋਂ ਬਾਅਦ ਐਮਰਜੈਂਸੀ ਪ੍ਰੋਵੀਜ਼ਨਸ, ਇਹ ਵੀ ਆਪਾਂ ਕਿੱਥੋਂ ਐਮਰਜੈਂਸੀ ਅਗਰ ਲੱਗਦੀ ਹੈ ਤਾਂ ਉਹ ਪ੍ਰੋਵੀਜ਼ਨ ਵੀ ਆਪਾਂ ਕਿੱਥੋਂ ਅਡਾਪਟ ਕੀਤੀ ਹੈ 1935 ਦੇ ਐਕਟ ਤੋਂ। ਕਲੀਅਰ। ਦੂਸਰਾ ਕੀ ਹੈ ਕਿ ਬ੍ਰਿਟਿਸ਼ ਕੌਨਸਟੀਟਿਊਸ਼ਨ ਤੋਂ ਆਪਾਂ ਕੀ ਲਿਆ ਗਿਆ, ਸਭ ਤੋਂ ਪਹਿਲਾਂ ਕੀ ਲਿਆ ਗਿਆ, ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੋਏਗੀ। ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਕੀ ਹੋਏਗੀ ਕਿ ਕਿਹੜਾ ਗਵਰਨਮੈਂਟ ਦਾ ਹੈਡ ਹੋਏਗਾ, ਜਿਹਨੂੰ ਆਪਾਂ ਪ੍ਰਾਈਮ ਮਿਨਿਸਟਰ ਕਹਿੰਦੇ ਆ, ਅੱਗੇ ਉਹਦੀ ਕੈਬਨਿਟ ਹੋਏਗੀ, ਉਹੀ ਲਾਅ ਮੇਕਿੰਗ ਦੇ ਵਿੱਚ ਪਾਰਟੀਸਪੇਟ ਕਰੇਗੀ। ਠੀਕ ਹੈ। ਤੇ ਇਹ ਕੀ ਹੈ, ਇਹਨੂੰ ਬੋਲਦੇ ਆਪਾਂ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਇਨ ਡਿਟੇਲ ਸਾਰੇ ਟੌਪਿਕ ਆਉਣੇ ਆ ਫਰਦਰ, ਜ਼ਿਆਦਾ ਇੱਥੇ ਟਾਈਮ ਵੇਸਟ ਕਰਨ ਦਾ ਨਹੀਂ ਹੈ, ਸਿਰਫ ਇਹਦੇ 'ਚ ਮੇਨ ਕੁਐਸਚਨ, ਕਿਉਂਕਿ ਆਪਣਾ ਮੇਨ ਮੋਟਿਵ ਕੀ ਹੈ ਕਿ ਐਗਜ਼ਾਮ ਨੂੰ ਕਰੈਕ ਕਰਨਾ ਹੈ। ਐਗਜ਼ਾਮ ਨੂੰ ਕਰੈਕ ਕਰਨ ਲਈ ਆਪਾਂ ਨੂੰ ਥੋੜ੍ਹਾ ਜਿਹਾ ਸਪੈਸੀਫਿਕਲੀ ਪਰਟੀਕੂਲਰ ਹੋਣਾ ਪੈਣਾ। ਇਹ ਨਹੀਂ ਹੈ ਕਿ ਆਪਾਂ ਸਾਰੀ ਚੀਜ਼ਾਂ ਨੂੰ ਇੱਕੋ ਦੇ ਵਿੱਚ ਹੀ ਐਕਸਪਲੇਨ ਕਰੀ ਚੱਲੀਏ। ਠੀਕ ਹੈ। ਤਾਂ ਇੱਥੇ ਆਪਣਾ ਮੇਨ ਮੋਟਿਵ ਕੀ ਹੈ ਕਿ ਕਿਹੜੀ ਫੀਚਰ ਆਪਾਂ ਕਿੱਥੋਂ ਬੋਰੋ ਕੀਤੀ ਹੈ। ਇੱਥੇ ਆਪਣਾ ਇਹ ਮੋਟਿਵ ਨਹੀਂ ਕਿ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਕੀ ਹੁੰਦੀ ਹੈ, ਜਾਂ ਫੈਡਰਲ ਸਿਸਟਮ ਕੀ ਹੁੰਦਾ ਹੈ, ਜਾਂ ਐਮਰਜੈਂਸੀ ਪ੍ਰੋਵੀਜ਼ਨਸ ਕੀ ਹੁੰਦੀਆਂ ਨੇ। ਇਹ ਆਪਾਂ ਅਲੱਗ ਤੋਂ ਟੌਪਿਕ ਕਰਨੇ ਆ, ਬਟ ਇੱਥੇ ਮੇਨ ਤੁਹਾਡਾ ਕੰਸਰਨ ਕੀ ਹੈ ਕਿ ਇਹ ਜਿਹੜੀ ਫੀਚਰ ਹੈ ਕਿੱਥੋਂ ਬੋਰੋ ਕੀਤੀ ਹੈ। ਆਪਾਂ ਐਗਜ਼ਾਮ ਨੂੰ ਟਾਰਗੇਟ ਕਰਨਾ, ਕੋਈ ਬੁੱਕ ਨਹੀਂ ਲਿਖਣੀ ਹੈ। ਹੁਣ ਦੂਸਰੀ ਇਹਦੇ 'ਚ ਕੀ ਆ ਗਈ ਹੈ, ਸਿੰਗਲ ਸਿਟੀਜ਼ਨਸ਼ਿਪ। ਸਿੰਗਲ ਸਿਟੀਜ਼ਨਸ਼ਿਪ ਦਾ ਮਤਲਬ ਕੀ ਹੈ, ਇਹ ਨਹੀਂ ਹੈ ਕਿ ਤੁਹਾਡੇ ਕੋਲ ਜਿਹੜੀ ਸਿਟੀਜ਼ਨਸ਼ਿਪ ਜਿਹੜਾ ਹੈ, ਸਿਟੀਜ਼ਨ ਤੁਸੀਂ ਇੰਡੀਆ ਦੇ ਵੀ ਹੋ, ਨਾਲ ਤੁਸੀਂ ਕੈਨੇਡਾ ਦੇ ਵੀ ਹੋ। ਇਹ ਪੋਸੀਬਲ ਨਹੀਂ ਹੈ। ਠੀਕ ਹੈ। ਜਾਂ ਇੰਡੀਆ ਦੇ ਹੋ ਜਾਓ ਜਾਂ ਕੈਨੇਡਾ ਦੇ ਹੋ ਜਾਓ, ਸਿੰਗਲ ਸਿਟੀਜ਼ਨਸ਼ਿਪ ਹੈ ਆਪਣੇ ਕੋਲੇ। ਦੂਸਰਾ ਕੀ ਹੈ, ਕੈਬਨਿਟ ਸਿਸਟਮ ਹੈ। ਜਿਹੜੇ ਕੈਬਨਿਟ ਜਿਹੜੀ ਡਿਸੀਜਨ ਲਏਗੀ, ਡਿਸੀਜਨ ਮੇਕਿੰਗ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ, ਉਹਦੀ ਫੀਚਰ ਹੈ। ਦੂਸਰੀ ਕੀ ਹੈ, ਬਾਈ ਕੈਮਰਲਿਜ਼ਮ ਦਾ ਮਤਲਬ ਕੀ ਹੈ ਕਿ ਆਪਣੇ ਕੋਲੇ ਲੋਕ ਸਭਾ ਹੈ, ਅਪਰ ਹਾਊਸ ਐਂਡ ਲੋਅਰ ਹਾਊਸ, ਲੋਕ ਸਭਾ ਐਂਡ ਰਾਜ ਸਭਾ। ਇਹ ਵੀ ਆਪਾਂ ਕਿੱਥੋਂ ਲਿਆ ਗਿਆ, ਸਾਰਾ ਇਹ ਬ੍ਰਿਟਿਸ਼ ਕੌਨਸਟੀਟਿਊਸ਼ਨ ਦੇ ਲਿਆ ਗਿਆ। ਔਰ ਤੀਸਰਾ ਇੱਕ ਇਹਦੇ 'ਚ ਹੋਰ ਆਪਾਂ ਅਗਰ ਲਿਖ ਲਈਏ ਤਾਂ ਜਿਹੜੇ ਲਾਅ ਮੇਕਿੰਗ, ਇੱਥੇ ਨਹੀਂ ਲਿਖਿਆ ਹੋਇਆ, ਲਾਅ ਮੇਕਿੰਗ ਪ੍ਰੋਸੀਜਰ ਹੈ। ਲਾਅ ਮੇਕਿੰਗ ਪ੍ਰੋਸੀਜਰ ਦਾ ਮਤਲਬ ਕੀ ਹੈ ਕਿ ਜਿਹੜਾ ਜਾਂ ਤਾਂ ਬਿੱਲ ਲੋਕ ਸਭਾ 'ਚੋਂ ਆਏਗਾ, ਫਿਰ ਉਹ ਰਾਜ ਸਭਾ ਦੇ ਵਿੱਚ ਜਾਏਗਾ, ਲੋਕ ਸਭਾ ਤੋਂ ਪਾਸ ਹੋ ਕੇ ਰਾਜ ਸਭਾ ਜਾਏਗਾ, ਰਾਜ ਸਭਾ ਤੋਂ ਪਾਸ ਹੋ ਕੇ ਪ੍ਰੈਜ਼ੀਡੈਂਟ ਕੋਲ ਜਾਏਗਾ, ਪ੍ਰੈਜ਼ੀਡੈਂਟ ਆਪਣੀ ਅਸੈਂਟ ਦੇ ਦੇਗਾ ਆਰਟੀਕਲ 111 ਦੇ ਨਾਲ। ਉਸ ਤੋਂ ਬਾਅਦ ਉਹ ਕੀ ਬਣ ਜਾਏਗਾ, ਲਾਅ ਬਣ ਜਾਏਗਾ। ਜਿਹੜਾ ਇਹ ਪ੍ਰੋਸੀਜਰ ਹੈ ਇਹ ਵੀ ਆਪਾਂ ਕਿੱਥੋਂ ਅਡੋਪਟ ਕੀਤਾ ਗਿਆ, ਬ੍ਰਿਟਿਸ਼ ਕੌਨਸਟੀਟਿਊਸ਼ਨ ਤੋਂ। ਕਲੀਅਰ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਹੈ US ਕੌਨਸਟੀਟਿਊਸ਼ਨ ਤੋਂ ਆਪਾਂ ਕੀ ਲਿਆ, ਵੈਰੀ ਇੰਪੋਰਟੈਂਟ, ਫੰਡਾਮੈਂਟਲ ਰਾਈਟਸ। ਡਾਇਰੈਕਟ ਕੁਐਸਚਨ ਨਹੀਂ ਆਉਂਦਾ, ਜਿਹੜੇ ਫੰਡਾਮੈਂਟਲ ਰਾਈਟਸ ਆਪਾਂ ਕਿੱਥੋਂ ਅਡੋਪਟ ਕੀਤੇ ਆ, ਇਹ ਆਪਾਂ ਕੀਤੇ ਆ US ਕੌਨਸਟੀਟਿਊਸ਼ਨ ਤੋਂ। ਕਲੀਅਰ। ਦੂਸਰੀ ਗੱਲ, ਇਹ ਵੀ ਸਿੰਗਲ ਸਿਟੀਜ਼ਨਸ਼ਿਪ ਦਾ ਵੀ ਡਾਇਰੈਕਟ ਕੁਐਸਚਨ ਆ ਜਾਂਦਾ ਹੈ ਕਿ ਕਿੱਥੋਂ ਆਪਾਂ ਅਡੋਪਟ ਕੀਤਾ, ਬ੍ਰਿਟਿਸ਼ ਕੌਨਸਟੀਟਿਊਸ਼ਨ। ਦੇਖੋ ਸਾਰੇ ਯਾਦ ਕਰਨੇ ਤਾਂ ਨਹੀਂ ਮੈਂ ਤੁਹਾਨੂੰ ਕਹੂੰਗਾ ਜ਼ਰੂਰੀ ਹੈ, ਬਟ ਜੋ ਪੇਪਰਾਂ ਦੇ ਵਿੱਚ ਆ ਰਹੇ ਉਹ ਤਾਂ ਤੁਹਾਨੂੰ ਕਰਨੇ ਹੀ ਪੈਣੇ ਆ। ਜਿਵੇਂ ਪੇਪਰ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਤੁਹਾਨੂੰ ਬਹੁਤ ਕਾਮਨਲੀ ਪੁੱਛਦੇ ਹੈਗੇ, ਇਹਦੇ ਵਿੱਚ ਕੀ ਹੈ, ਫੰਡਾਮੈਂਟਲ ਰਾਈਟਸ ਤੁਹਾਨੂੰ ਪੁੱਛਦਾ ਹੈਗਾ। ਉਸ ਤੋਂ ਬਾਅਦ ਇੰਡੀਪੈਂਡੈਂਸ ਆਫ ਜੁਡੀਸ਼ਰੀ। ਠੀਕ ਹੈ। ਜਿਹੜਾ ਜੁਡੀਸ਼ੀਅਲ ਪਾਵਰ ਆ ਉਹ ਇੰਡੀਪੈਂਡੈਂਟ ਆ, ਉਹ ਕਿਸੇ ਦੇ ਅੰਡਰ ਨਹੀਂ ਹੈ। ਇਹ ਵੀ ਆਪਾਂ ਕਿੱਥੋਂ ਲਿਆ, US ਕੌਨਸਟੀਟਿਊਸ਼ਨ ਤੋਂ ਲਿਆ ਗਿਆ। ਫਿਰ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ ਨੂੰ ਅਗਰ ਹਟਾਉਣਾ ਹੈ ਤਾਂ ਉਹਦਾ ਕੀ ਪ੍ਰੋਸੀਜਰ ਆ, ਉਹ ਆਪਾਂ ਕਿੱਥੋਂ ਲਿਆ, US ਕੌਨਸਟੀਟਿਊਸ਼ਨ ਤੋਂ ਲਿਆ ਗਿਆ। ਫਿਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਨੂੰ ਅਗਰ ਹਟਾਉਣਾ ਹੈ ਤਾਂ ਉਹ ਵੀ ਆਪਾਂ ਕਿੱਥੋਂ ਲਿਆ ਗਿਆ, ਅਗੇਨ US ਤੋਂ। ਉਸ ਤੋਂ ਬਾਅਦ ਕੀ ਹੈ, ਪੋਸਟ ਆਫ ਦਾ ਵਾਈਸ ਪ੍ਰੈਜ਼ੀਡੈਂਟ। ਪੋਸਟ ਆਫ ਦਾ ਵਾਈਸ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ, ਇਹ ਵੀ ਆਪਾਂ ਕਿੱਥੋਂ ਲਈ ਹੈ, US ਕੌਨਸਟੀਟਿਊਸ਼ਨ ਤੋਂ। ਪੋਸਟ ਆਫ ਦਾ ਵਾਈਸ ਪ੍ਰੈਜ਼ੀਡੈਂਟ ਕੀ ਹੈ ਕਿ
ਜਿਹੜਾ ਉਹ ਕੀ ਹੋਏਗਾ, ਐਕਸ ਆਫਿਸ ਆਫ ਚੇਅਰਮੈਨ ਆਫ ਦਾ ਰਾਜ ਸਭਾ। ਇਹ ਚੀਜ਼ ਵੀ ਆਪਾਂ US ਕੌਨਸਟੀਟਿਊਸ਼ਨ ਤੋਂ ਲਈ ਹੈ। ਤਾਂ ਮੇਨ ਆਪਣਾ ਫੋਕਸ ਉਸ ਚੀਜ਼, ਜੋ ਚੀਜ਼ ਆਪਾਂ ਪੜ੍ਹ ਰਹੇ ਹਾਂ ਨਾ, ਕੁਐਸਚਨ ਪੇਪਰਾਂ ਦੇ ਵਿੱਚ ਆਉਣੇ, ਉਸ ਚੀਜ਼ ਨੂੰ ਟਾਰਗੇਟ ਕਰਨਾ ਹੈ। ਅਗਰ ਇਹਦੀ ਡਿਟੇਲ ਪੜ੍ਹਨੀ ਹੈ ਤਾਂ ਉਹ ਆਪਾਂ ਬਾਅਦ ਵਿੱਚ ਕਰਨੀ ਹੈ ਡਿਸਕਸ। ਤਾਂ ਹੁਣ ਇੱਥੇ ਸਿਰਫ ਤੁਹਾਡਾ ਫੋਕਸ ਇਹੀ ਹੋਣਾ ਚਾਹੀਦਾ, ਜਿਹੜੀ ਇਹ ਵਾਲੀ ਫੀਚਰ ਇਹ ਕਿੱਥੋਂ ਬੋਰੋ ਕੀਤੀ ਹੈ। ਨੈਕਸਟ ਆ ਗਿਆ ਆਪਣੇ ਕੋਲ ਜਿਹੜਾ ਹੈਗਾ ਕਿ ਇਰਿਸ਼ ਕੌਨਸਟੀਟਿਊਸ਼ਨ ਹੈ। ਇੱਥੋਂ ਆਪਾਂ ਕੀ ਲਿਆ ਗਿਆ, ਇੱਥੋਂ ਆਪਾਂ ਕੀ ਲਿਆ ਗਿਆ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਵੈਰੀ ਇੰਪੋਰਟੈਂਟ ਇਹੀ ਕੁਐਸਚਨ ਆਉਂਦਾ ਕਿ ਜਿਹੜਾ DPSP ਆਪਾਂ ਯੂਜ਼ਲੀ ਬੋਲਦੇ ਹਾਂ ਨਾ, DPSP, ਉਹ ਇਹੀ ਹੈ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ। ਇਹ ਕਿੱਥੋਂ ਆਪਾਂ ਬੋਰੋ ਕੀਤੇ ਆ, ਇਰਿਸ਼ ਕੌਨਸਟੀਟਿਊਸ਼ਨ ਤੋਂ। ਉਸ ਤੋਂ ਬਾਅਦ ਕੀ ਹੈ, ਨੋਮੀਨੇਸ਼ਨ ਆਫ ਦਾ ਮੈਂਬਰ ਟੂ ਦਾ ਰਾਜ ਸਭਾ, ਮੈਥਡ ਆਫ ਦਾ ਇਲੈਕਸ਼ਨ ਆਫ ਦਾ ਪ੍ਰੈਜ਼ੀਡੈਂਟ ਨੂੰ ਆਪਾਂ ਇਲੈਕਟ ਕਿਵੇਂ ਕਰਾਂਗੇ, ਕੌਣ ਪਾਰਟੀਸਪੇਟ ਕਰੇਗਾ, ਇਹ ਸਾਰੇ ਆਪਾਂ ਜਦੋਂ ਪ੍ਰੈਜ਼ੀਡੈਂਟ ਨੂੰ ਵਾਲਾ ਟੌਪਿਕ ਪੜ੍ਹਾਂਗੇ ਸਾਰੇ ਉੱਥੇ ਡਿਟੇਲ ਡਿਸਕਸ ਕਰਨੀ ਹੈ। ਇੱਥੇ ਅਗਰ ਡਿਸਕਸ ਕਰਨ ਲੱਗੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ। ਨੈਕਸਟ ਆ ਗਿਆ ਕੈਨੇਡੀਅਨ ਕੌਨਸਟੀਟਿਊਸ਼ਨ ਦੇ ਵਿੱਚੋਂ ਆ ਦੇਖੋ, ਇਹ ਫੈਡਰਲ ਸਿਸਟਮ ਫਿਰ ਆ ਗਿਆ। ਪਹਿਲਾਂ ਤਾਂ ਆਪਾਂ ਲਿਖਿਆ ਨਾ ਫੈਡਰਲ ਕਿੱਥੋਂ ਆਪਾਂ ਕਿਆ ਬੋਰੋ ਕੀਤਾ ਸੀਗਾ, ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ। ਹੁਣ ਇੱਥੇ ਕੀ ਲਿਖਤਾ, ਇੱਥੇ ਵੀ ਲਿਖਤਾ ਫੈਡਰੇਸ਼ਨ ਵਿਦ ਸਟਰੋਂਗ ਸੈਂਟਰ। ਇੱਥੇ ਮੇਨ ਆਪਣਾ ਟਾਰਗੇਟ ਕੀ ਹੈ ਕਿ ਜਿਹੜਾ ਫੈਡਰੇਸ਼ਨ ਦੇ ਵਿੱਚ ਕੀ ਹੋਏਗਾ, ਜਿਹੜਾ ਸੈਂਟਰ ਕੋਲ ਸਭ ਤੋਂ ਜ਼ਿਆਦਾ ਪਾਵਰਸ ਹੋਣਗੀਆਂ। ਠੀਕ ਹੈ, ਅਗਰ ਇੰਡੀਆ ਦੇ ਵਿੱਚ ਆਪਾਂ ਜਿਹੜਾ ਕਹਿੰਦੇ ਹੁੰਦੇ ਹਾਂ ਵੀ ਇੰਡੀਆ ਦੇ ਵਿੱਚ ਕਿਹੜਾ ਫੈਡਰਲ ਜਿਹੜਾ ਸਿਸਟਮ ਹੈ ਉਹ ਕਿਹੜਾ ਹੈਗਾ, ਹੁਣ ਉਹ ਬੋਲਦੇ ਆ ਕੁਐਸੀ ਫੈਡਰਲ। ਕੁਐਸੀ ਫੈਡਰਲ ਜਿਹੜਾ ਹੈਗਾ ਇੰਡੀਆ ਦੇ ਵਿੱਚ ਆ, ਕਿ ਉਹਦੇ ਵਿੱਚ ਫੈਡਰਲ ਵੀ ਹੈ, ਸੈਂਟਰ ਕੋਲੇ ਪਾਵਰਸ ਵੀ ਹੈ, ਸਟੇਟ ਕੋਲੇ ਪਾਵਰਸ ਵੀ ਕੀ ਹੈ, ਬਟ ਸਟਰੋਂਗ ਕੀ ਹੈ, ਸੈਂਟਰ ਸਟਰੋਂਗ ਆ, ਹੈ ਨਾ, ਇਨਕੁਐਸਿਵ ਫੈਡਰਲ ਬੋਲ ਦਿੰਦੇ ਆ। ਉਸ ਤੋਂ ਬਾਅਦ ਵਿਜ਼ਿਟਿੰਗ ਦਾ ਰੈਜ਼ੀਡਿਊਰੀ ਪਾਵਰਸ ਆਫ ਦਾ ਇਨ ਦਾ ਸੈਂਟਰ। ਇਹਦਾ ਮਤਲਬ ਕਿ ਦੇਖੋ ਆਪਾਂ ਤਿੰਨ ਤਰ੍ਹਾਂ ਦੀ ਲਿਸਟ ਆਪਾਂ ਕਰਦੇ ਹੁੰਦੇ ਹਾਂ, ਜਦੋਂ ਪੜ੍ਹਾਂਗੇ ਉਹ 'ਚ ਫਿਰ ਕਰ ਲਾਂਗੇ। ਇੱਕ ਹੋਏਗੀ ਯੂਨੀਅਨ ਲਿਸਟ, ਇੱਕ ਹੋਏਗੀ ਸਟੇਟ ਲਿਸਟ, ਇੱਕ ਹੋਏਗੀ ਕਨਕਰੰਟ ਲਿਸਟ। ਯੂਨੀਅਨ ਲਿਸਟ ਦੇ ਵਿੱਚ ਕੌਣ ਰੂਲ ਬਣਾਏਗਾ, ਲਾਅ ਕੌਣ ਬਣਾਏਗਾ, ਸੈਂਟਰ। ਸਟੇਟ ਲਿਸਟ ਦੇ ਵਿੱਚ ਜਿਹੜੇ ਹੈਗੇ ਸਬਜੈਕਟਸ ਉਹਦੇ ਉੱਪਰ ਕੌਣ ਰੂਲ ਬਣਾਏਗਾ, ਸਟੇਟ। ਔਰ ਕਨਕਰੰਟ ਲਿਸਟ ਦੇ ਵਿੱਚ ਕੌਣ ਬਣਾਏਗਾ, ਦੋਨੋਂ, ਯੂਨੀਅਨ ਵੀ ਬਣਾਏਗੀ ਔਰ ਸਟੇਟ ਵੀ ਬਣਾਏਗੀ। ਹੁਣ ਇਹਨਾਂ ਨੇ ਕੀ ਰੈਜ਼ੀਡਿਊਰੀ ਪਾਵਰਸ ਕੀ ਆ, ਅਗਰ ਕੋਈ ਇਹੋ ਜਿਹਾ ਟੌਪਿਕ ਹੈ ਜਿਹੜਾ ਨਾ ਤਾਂ ਯੂਨੀਅਨ ਲਿਸਟ ਦੇ ਵਿੱਚ ਆ, ਨਾ ਸਟੇਟ ਲਿਸਟ ਦੇ ਵਿੱਚ ਆ, ਨਾ ਕਨਕਰੰਟ ਲਿਸਟ ਦੇ ਵਿੱਚ ਆ, ਉਹਦੇ ਉੱਪਰ ਫਿਰ ਅਗਰ ਲਾਅ ਬਣਾਉਣਾ ਹੋਏਗਾ ਜਾਂ ਕੋਈ ਰੂਲ ਹੋਏਗਾ, ਉਹ ਕੌਣ ਬਣਾਏਗਾ, ਉਹ ਤੁਹਾਡੇ ਕੋਲ ਕੀ ਬਣਾਏਗਾ, ਸੈਂਟਰ। ਇਹ ਆਪਾਂ ਕਿੱਥੋਂ ਅਡਾਪਟ ਕੀਤਾ, ਇਹ ਵੀ ਕੈਨੇਡੀਅਨ ਕੌਨਸਟੀਟਿਊਸ਼ਨ ਤੋਂ ਆਪਾਂ ਅਡਾਪਟ ਕੀਤਾ ਹੈਗਾ। ਕਲੀਅਰ। ਤੋ ਅੱਗੇ ਨੈਕਸਟ ਆਪਣੇ ਕੋਲ ਆ ਗਿਆ ਆਸਟ੍ਰੇਲੀਅਨ ਕੌਨਸਟੀਟਿਊਸ਼ਨ। ਹੁਣ ਆਸਟ੍ਰੇਲੀਅਨ ਦੇ ਵਿੱਚ ਕੀ ਹੈ, ਜਿਹੜੀ ਕਨਕਰੰਟ ਲਿਸਟ ਕੀ ਹੈ ਕਿ ਇੱਕ ਆਪਾਂ ਕੁਛ ਸਬਜੈਕਟਸ ਦੇਤੇ ਆ ਜਿਹਦੇ ਵਿੱਚ ਕੀ ਹੈ, ਸਟੇਟ ਵੀ ਪਾਰਟੀਸਪੇਟ ਕਰੂਗੀ ਔਰ ਸੈਂਟਰ ਵੀ ਪਾਰਟੀਸਪੇਟ ਕਰੇਗਾ, ਦੋਨੋਂ ਰਲ ਕੇ ਕੀ ਕਾਨੂੰਨ ਬਣਾਉਣਗੇ। ਉਹ ਕਿਹੜੀ ਲਿਸਟ ਹੋਏਗੀ, ਕਨਕਰੰਟ ਲਿਸਟ। ਆਹੀ ਆਪਾਂ ਜਿਹੜੀ ਚੀਜ਼ ਇੱਥੇ ਡਿਸਕਸ ਕੀਤੀ ਹੈ। ਦੂਸਰਾ ਕੀ ਹੈ, ਜੁਆਇੰਟ ਸਿਟਿੰਗ ਆਫ ਟੂ ਹਾਊਸਸ ਆਫ ਦਾ ਪਾਰਲੀਮੈਂਟ। ਸਪੋਜ਼ ਕੋਈ ਲਾਅ ਨਹੀਂ ਬਣ ਰਿਹਾ ਹੈਗਾ, ਲੋਕ ਸਭਾ ਤੋਂ ਪਾਸ ਹੋ ਗਿਆ ਲੇਕਿਨ ਰਾਜ ਸਭਾ ਦੇ ਵਿੱਚ ਪਿਆ ਗਿਆ, ਜਾਂ ਰਾਜ ਸਭਾ ਤੋਂ ਪਾਸ ਹੋ ਗਿਆ ਲੇਕਿਨ ਲੋਕ ਸਭਾ ਦੇ ਵਿੱਚ ਪਿਆ ਗਿਆ, ਤਾਂ ਉਸ ਕੇਸ ਦੇ ਵਿੱਚ ਦੇਖੋ ਅਗਰ 6 ਮਹੀਨੇ ਉਹ ਨਾ ਹੋਇਆ ਤਾਂ ਆਟੋਮੈਟਿਕਲੀ ਬਿੱਲ ਖਤਮ ਹੋ ਜਾਏਗਾ। ਤਾਂ ਅਗਰ ਪ੍ਰੈਜ਼ੀਡੈਂਟ ਚਾਹੇ ਤਾਂ ਇਹਨਾਂ ਦੀ ਜੁਆਇੰਟ ਸਿਟਿੰਗ ਜਿਹੜੀ ਬਿਠਾ ਸਕਦਾ ਹੈ। ਉਹ ਜੁਆਇੰਟ ਸਿਟਿੰਗ ਦਾ ਜਿਹੜਾ ਕਨਸੈਪਟ ਆ ਉਹ ਆਪਾਂ ਕਿੱਥੋਂ ਬੋਰੋ ਕੀਤਾ, ਆਸਟ੍ਰੇਲੀਅਨ ਕੌਨਸਟੀਟਿਊਸ਼ਨ ਤੋਂ। ਕਲੀਅਰ। ਹੁਣ ਆਸਟ੍ਰੇਲੀਅਨ ਔਰ ਹੁਣ ਤੱਕ ਅਗਰ ਆਪਾਂ ਦੇਖਿਆ ਜਾਵੇ ਤਾਂ ਕਿੰਨੇ ਵਾਰ ਜਿਹੜੀ ਜੁਆਇੰਟ ਸਿਟਿੰਗ ਹੋਈ ਹੈ, ਹੁਣ ਤੱਕ ਆਪਣੇ ਕੋਲੇ 3 ਵਾਰ ਜੁਆਇੰਟ ਸਿਟਿੰਗ ਹੋ ਚੁੱਕੀ ਹੈ। ਆਪਾਂ ਫਰਦਰ ਡਿਸਕਸ ਕਰਨੀਆਂ ਹੀ ਇਹ ਸਾਰੀਆਂ ਗੱਲਾਂ। ਉਸ ਤੋਂ ਬਾਅਦ ਜਰਮਨੀ ਤੋਂ ਆਪਾਂ ਕੀ ਲਿਆ ਗਿਆ, ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ ਡਿਊਰਿੰਗ ਐਮਰਜੈਂਸੀ। ਵੈਰੀ ਇੰਪੋਰਟੈਂਟ, ਬਹੁਤ ਕਾਮਨ ਆਉਂਦਾ ਕੁਐਸਚਨ ਪੇਪਰਾਂ ਦੇ ਵਿੱਚ ਇਹ। ਕਲੀਅਰ। ਉਸ ਤੋਂ ਬਾਅਦ ਕੀ ਹੈ, USSR ਰਸ਼ੀਆ ਤੋਂ ਆਪਾਂ ਕੀ ਲਿਆ ਗਿਆ, ਫੰਡਾਮੈਂਟਲ ਡਿਊਟੀਜ਼। ਅਗੇਨ ਇੰਪੋਰਟੈਂਟ। ਫੰਡਾਮੈਂਟਲ ਰਾਈਟਸ ਆਪਾਂ ਕਿੱਥੋਂ ਲਏ ਸੀਗੇ, USA ਤੋਂ। ਅਗਰ ਡਿਊਟੀਜ਼ ਆਪਾਂ ਕਿੱਥੋਂ ਲਈਆਂ ਨੇ, ਉਹ ਰਸ਼ੀਆ ਤੋਂ। ਕਲੀਅਰ। ਇਹ ਕਈ ਵਾਰ ਕਨਫਿਊਜ਼ਨ ਹੁੰਦੀ ਹੈ ਕਿ ਰਸ਼ੀਆ ਤੋਂ ਰਾਈਟਸ ਲਏ ਜਾਂ ਰਸ਼ੀਆ ਤੋਂ ਡਿਊਟੀਜ਼ ਲਈਆਂ ਨੇ, ਤਾਂ ਇਹ ਰੱਖ ਲਓ ਕਿ ਆਰ ਨਾਲ ਆਰ ਨਹੀਂ ਮੈਚ ਹੋਣ ਦੇਣਾ ਆਪਾਂ। ਰਾਈਟਸ ਦੇ ਵਿੱਚ ਕੀ ਹੁੰਦਾ ਹੈਗਾ, ਫੰਡਾਮੈਂਟਲ ਰਾਈਟਸ, ਤਾਂ ਆਰ ਨਾਲ ਆਰ ਨਹੀਂ ਆਪਾਂ ਮੈਚ ਹੋਣ ਦੇਣਾ। ਉਹੀ ਤੁਹਾਨੂੰ ਦੱਸਿਆ, ਟਾਈਮ ਪ੍ਰੈਸ਼ਰ, ਐਗਜ਼ਾਮ ਪ੍ਰੈਸ਼ਰ। ਕਲੀਅਰ। ਉਹਦੇ ਨਾਲ ਕੀ ਹੈ, ਜਿਹੜੇ ਰਾਈਟਸ ਆ ਉਹ ਆਪਾਂ ਕਿੱਥੋਂ ਲਏ ਆ, USA ਤੋਂ, ਲੇਕਿਨ ਜੋ ਡਿਊਟੀਜ਼ ਆ ਉਹ ਆਪਾਂ ਕਿੱਥੋਂ ਲਈਆਂ ਨੇ, ਰਸ਼ੀਆ ਤੋਂ। ਉਸ ਤੋਂ ਬਾਅਦ ਜਿਹੜਾ ਜਸਟਿਸ ਆਪਣੇ ਕੋਲੇ ਆ, ਜਸਟਿਸ ਕੀ ਹੈ ਆਪਣੇ ਕੋਲੇ, ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ। ਹੁਣ ਜਸਟਿਸ ਦੇ ਵਿੱਚ ਜਿਹੜਾ ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ ਆਪਾਂ ਜਿਹੜਾ ਇਹਦੇ 'ਚ ਡਿਸਕਸ ਕੀਤਾ ਹੈਗਾ, ਇਹ ਆਪਾਂ ਕਿੱਥੋਂ ਬੋਰੋ ਕੀਤਾ ਹੈਗਾ, ਵੈਸੇ ਇਹ ਬੋਰੋ ਕੀਤਾ ਆਪਾਂ ਫ੍ਰੈਂਚ ਕੌਨਸਟੀਟਿਊਸ਼ਨ ਤੋਂ। ਜਿਹੜੀ ਫ੍ਰੈਂਚ ਰੈਵੋਲੂਸ਼ਨ ਹੋਈ ਸੀਗੀ ਆਪਣੇ ਕੋਲੇ ਕਦੋਂ, ਫ੍ਰੈਂਚ ਰੈਵੋਲੂਸ਼ਨ ਆਪਣੇ ਕੋਲੇ ਕਦੋਂ ਹੋਈ ਸੀਗੀ, ਇਹ ਹੋਈ ਸੀਗੀ ਆਪਣੇ ਕੋਲੇ 1700
ਇੱਥੇ ਲਿਖ ਲਓ 1789 ਤੋਂ ਲੈ ਕੇ 1799 ਦੇ ਵਿੱਚ। ਉੱਥੋਂ ਆਪਾਂ ਉਹ ਤੋਂ ਕੀ ਲਿਆ ਗਿਆ, ਆਈਡੀਆ ਕੀ ਲਿਆ ਗਿਆ, ਲਿਬਰਟੀ, ਫੈਟਰਨਿਟੀ ਐਂਡ ਇਕੁਐਲਿਟੀ ਦਾ। ਕਿੱਥੋਂ ਲਿਆ ਹੈ, ਫ੍ਰੈਂਚ ਰੈਵੋਲੂਸ਼ਨ ਤੋਂ। ਸਿਮਿਲਰਲੀ ਜਿਹੜਾ ਆਪਣੇ ਕੋਲ ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ ਜਿਹੜਾ ਹੈ ਜਸਟਿਸ, ਇਹ ਆਪਾਂ ਕਿੱਥੋਂ ਲਿਆ ਸੀਗਾ, ਇਹ ਆਪਾਂ ਲਿਆ ਰਸ਼ੀਆ ਤੋਂ। ਔਰ ਰਸ਼ੀਆ ਤੋਂ ਜਿਹੜੀ ਸੀਗੀ ਰਸ਼ੀਅਨ ਰੈਵੋਲੂਸ਼ਨ, ਕਦੋਂ ਹੋਈ ਸੀ ਆਪਣੇ ਕੋਲੇ, 1917। ਮੈਂ ਇਹਨੂੰ ਥੋੜ੍ਹਾ ਜਿਹਾ ਦੁਬਾਰਾ ਐਕਸਪਲੇਨ ਕਰ ਦਿੰਦਾ। ਜਿਹੜਾ ਆਈਡੀਆ ਆਫ ਜਸਟਿਸ, ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ, ਇਹ ਆਪਾਂ ਕਿੱਥੋਂ ਲਿਆ, ਰਸ਼ੀਅਨ ਰੈਵੋਲੂਸ਼ਨ ਤੋਂ। ਕਦੋਂ ਹੋਈ ਸੀ ਰਸ਼ੀਅਨ ਰੈਵੋਲੂਸ਼ਨ, 1917 ਦੇ ਵਿੱਚ। ਅਤੇ ਜਿਹੜਾ ਆਈਡੀਆ ਆਫ ਇਕੁਐਲਿਟੀ, ਲਿਬਰਟੀ ਐਂਡ ਫੈਟਰਨਿਟੀ, ਇਹ ਆਪਾਂ ਕਿੱਥੋਂ ਲਿਆ ਹੈਗਾ, ਇਹ ਜਿਹੜੀ ਤੁਹਾਡੇ ਕੋਲ ਸੀਗੀ ਫ੍ਰੈਂਚ ਰੈਵੋਲੂਸ਼ਨ ਹੋਈ ਹੈ। ਕਦੋਂ ਹੋਈ ਸੀਗੀ ਇਹ, 1799 ਤੋਂ ਲੈ ਕੇ 1799 ਤੱਕ, ਠੀਕ ਹੈ। ਤਾਂ ਇਹ ਤੁਹਾਡੇ ਕਿਸ ਤੋਂ ਆਇਆ ਗਿਆ, ਆਪਣੇ ਕੋਲ ਫ੍ਰੈਂਚ ਰੈਵੋਲੂਸ਼ਨ ਤੋਂ ਆਇਆ ਗਿਆ। ਉਸ ਤੋਂ ਬਾਅਦ ਕੀ ਹੈ, ਸਾਊਥ ਅਫਰੀਕਾ ਤੋਂ ਆਪਾਂ ਕੀ ਲਿਆ ਗਿਆ, ਪ੍ਰੋਸੀਜਰ ਫॉर ਦਾ ਅਮੈਂਡਮੈਂਟ ਆਫ ਦਾ ਕੌਨਸਟੀਟਿਊਸ਼ਨ। ਅਗਰ ਕੌਨਸਟੀਟਿਊਸ਼ਨ ਦੇ ਵਿੱਚ ਕੋਈ ਅਮੈਂਡਮੈਂਟ ਕਰਨੀ ਹੈ, ਉਹਦਾ ਕੀ ਪ੍ਰੋਸੀਜਰ ਹੋਏਗਾ, ਉਹ ਆਪਾਂ ਜਿਹੜਾ ਕੌਨਸਟੀਟਿਊਸ਼ਨ ਕਿੱਥੋਂ ਲਿਆ, ਉਹ ਫੀਚਰ ਆਪਾਂ ਕਿੱਥੋਂ ਬੋਰੋ ਕੀਤੀ ਹੈ, ਸਾਊਥ ਅਫਰੀਕਨ ਕੌਨਸਟੀਟਿਊਸ਼ਨ ਤੋਂ। ਉਸ ਦੂਸਰੀ ਗੱਲ ਕੀ ਹੈ ਕਿ ਜਿਹੜੀ ਇਲੈਕਸ਼ਨ ਆਫ ਦਾ ਰਾਜ ਸਭਾ, ਠੀਕ ਹੈ, ਰਾਜ ਸਭਾ ਜਿਹੜਾ ਇਲੈਕਸ਼ਨ ਆ ਉਹ ਕਿਵੇਂ ਹੋਏਗਾ, ਜਾਂ ਜਿਹੜੇ ਆਪਾਂ ਮੈਂਬਰ ਉੱਥੇ ਜਾਂਦੇ ਆ ਉਹ ਕਿਸ ਤਰ੍ਹਾਂ ਜਾਂਦੇ ਆ, ਉਹ ਵੀ ਆਪਾਂ ਕਿਸ ਤੋਂ ਲਿਆ ਗਿਆ, ਸਾਊਥ ਅਫਰੀਕਾ ਤੋਂ। ਸੋ ਇਹ ਸਾਰੇ ਦੇ ਸਾਰੇ ਜਿਹੜੇ ਆਪਾਂ ਇੱਥੇ ਟੌਪਿਕ ਡਿਸਕਸ ਕੀਤੇ ਆ, ਉਹ ਇੱਕ ਤਾਂ ਕੀਤਾ ਕਿ ਪ੍ਰੀਐਂਬਲ, ਉਹਦੀ ਕੀ ਇੰਪੋਰਟੈਂਸ ਹੈ, ਪ੍ਰੀਐਂਬਲ ਬੇਸਡ ਕਿੰਨੇ ਕੁਐਸਚਨ, ਕਿਹੋ ਜਿਹੇ ਕੁਐਸਚਨ ਬਣਦੇ ਆ, ਉਹਦੇ ਜਿਹੜੇ ਕੀਵਰਡਸ ਆਪਾਂ ਯੂਜ਼ ਕੀਤੇ, ਉਹਨਾਂ ਹਰ ਕੀਵਰਡ ਦਾ ਮਤਲਬ ਕੀ ਹੈ। ਦੂਸਰਾ ਆਪਾਂ ਕੀ ਕੀਤਾ ਹੈਗਾ ਕਿ ਜਿਹੜਾ ਆਪਣਾ ਕੌਨਸਟੀਟਿਊਸ਼ਨ ਬਣਿਆ ਹੈਗਾ, ਆਲਦੋ ਆਪਣੇ ਕੋਲ ਜਿਹੜਾ 75% ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਪਾਰਟ ਆ ਤੋਂ ਆਪਾਂ ਬੋਰੋ ਕੀਤਾ ਹੈਗਾ, ਬਟ ਜਿਹੜਾ ਰਿਮੇਨਿੰਗ 25% ਆ, ਉਹਦੇ 'ਚ ਕਿਸ ਕੰਟਰੀ ਦੀ ਕੀ ਕੰਟਰੀਬਿਊਸ਼ਨ ਹੈ, ਉਹਦੇ ਜਿਹੜੇ ਇੰਪੋਰਟੈਂਟ ਆ ਆਪਾਂ ਉਹ ਇੱਥੇ ਡਿਸਕਸ ਕਰ ਲਏ ਆ। ਤਾਂ ਬਾਕੀ ਜਿਹੜਾ ਇਹਦਾ ਥਿਓਰੈਟੀਕਲ ਪੋਰਸ਼ਨ ਆਪਣਾ ਇਹਦਾ ਆਪਾਂ ਡਿਸਕਸ ਕੀਤਾ। ਇਸ ਦੇ ਬੇਸ ਜਿਹੜੇ ਹੈਗੇ ਆ ਅੱਗੇ ਤੁਹਾਡੇ ਕੋਲ MCQ ਆਉਣਗੇ, ਔਰ MCQ ਨੂੰ ਜਦੋਂ ਆਪਾਂ ਡਿਸਕਸ ਕਰਾਂਗੇ ਤਾਂ ਜਿਹੜੇ ਤੁਹਾਡਾ ਇਹ ਵਾਲਾ ਜਿਹੜਾ ਟੌਪਿਕ ਹੈ ਇਹ ਰਿਵਾਈਜ਼ ਵੀ ਹੋ ਜਾਏਗਾ, ਔਰ ਤੁਹਾਡਾ ਹੋਰ ਵੀ ਟੌਪਿਕ ਜਿਹੜਾ ਕਲੀਅਰ ਹੋ ਜਾਏਗਾ। ਸੋ ਅਗਰ ਪਸੰਦ ਆਏ ਤਾਂ ਇਹ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਐਂਡ ਕਮੈਂਟ, ਐਂਡ ਆਈ ਥਿੰਕ ਤੁਸੀਂ ਜਿਹੜਾ ਪੋਜ਼ੀਟਿਵ ਵਾਈਬਸ ਆ ਉਹ ਸਬਸਕ੍ਰਾਈਬ ਕੀਤਾ ਹੀ ਹੋਇਆ। ਜੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਉਹਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਬਿਕੋਜ਼ ਇਹ ਚੈਨਲ ਸਿਰਫ ਤੁਹਾਡੀ ਹੈਲਪ ਦੇ ਲਈ ਬਣਿਆ ਹੈਗਾ। ਅਤੇ ਜਿਸ ਤਰ੍ਹਾਂ ਤੁਹਾਡੇ ਕਮੈਂਟ ਆ ਰਹੇ ਆ, ਤੁਹਾਨੂੰ ਹੈਲਪ ਵੀ ਆਈ ਥਿੰਕ ਇਸ ਚੈਨਲ ਤੋਂ ਕਾਫੀ ਹੋ ਰਹੀ ਹੈ, ਚਾਹੇ ਉਹ ਕੰਪਿਊਟਰਸ ਦੇ ਹੋਵੇ, ਚਾਹੇ ਉਹ ਤੁਹਾਡਾ ਐਗਰੀਕਲਚਰ ਦਾ ਹੋਵੇ। ਔਰ ਇਹ ਆਪਾਂ ਸੀਰੀਜ਼ ਇੱਕ ਨਵੀਂ ਸ਼ੁਰੂ ਕੀਤੀ ਹੈ। ਥੈਂਕ ਯੂ ਵੈਰੀ ਮਚ।